सिंह गुर नमो चरण अरविंद। श्री गुरु शब्द कमाए जन जीते पंच विकार। तिन संतन को बंदना सिर चरणन पर तार। ज्ञान अंजन गुर दिया अज्ञान अंधेर बनास। हर कृपा ते संत भेटिया नानक मन प्रगास। होवै सिफत खसामदी नूर अरसों कुरसों झटिया। तुद डिठे सच्चे पातशाह मल जन्म जन्म दी कटी। दोहरा भीम पेख ते पहरा गिर के सिर पर आए। खरी भई बरहूं बरू बच ऊंचे कहो सुनाए। वाहिगुरु जी का खालसा वाहिगुरु जी की फतेह। परम सत्कारयोग सतसंगी गुरु खालसा जी अकाल पुरख अंतरजामी पतत पावन कृपा निधान दीना बंधु भगत वत्सल। जिस निरंकार ने गुरु नानक रूप धार के कलयुग के जीवां की कल्याण करने वास्ते सब दी सार लई है। ऐसे सतगुरु दसां जोतां च वरते और हाजर नाजर हन संगत दे अंदर। ऐसे सतगुरां दी कृपा दा सदका शाम दे टाइम गुरु दरबार दे अंदर अमृतमई बाणी सरवण कीती रहराज साहब। उस तो उपरंत आपां कथा वार्ता सुनने वास्ते तत्पर हाँ। बाबाणियां कहानियां पुत सपुत करें। बाबियां गुरुआं दियां कहानियां साखियां पुत्रां चो ਜਿਹੜੇ श्रेष्ठ पुत्र ਹਨ ਉਹ ਭਾਵਨਾ ਨਾਲ ਸੁਣਦੇ। ਪ੍ਰਯੋਜਨ ਇਹੀ ਹੈ ਕਿ ਸਾਡੀ ਉਪਾਸ਼ਨਾ ਪਰਪੱਕ ਹੋਵੇ। ਉਪਾਸ਼ਨਾ ਭਗਤੀ ਨੂੰ ਕਹਿੰਦੇ ਹੈ। ਉਪਨੋ ਸਮੀਪ ਦਾ ਹੈ। ਜਿਹਦੇ ਅੰਦਰ ਆਸਨਾ ਆਸਾ ਹੈ ਕਿ ਮੈਂ ਨੇੜੇ ਹੋ ਜਾਵਾਂ। ਸਿਆਲ ਦੀ ਰੁੱਤ ਵਿੱਚ ਅਗਨੀ ਦੇ ਨੇੜੇ ਹੋਣਾ ਹਰ ਕੋਈ ਲੋੜਦਾ ਹੈ। ਕਿਉਂ ਕਿ ਠੰਡ ਨਹੀਂ ਲੱਗੇਗੀ, ਪਾਲਾ ਨਹੀਂ ਲੱਗੇਗਾ। ਪਾਲੇ ਦੀ ਕੀ ਨਿਸ਼ਾਨੀ ਹੈ? ਸਰੀਰ ਕੰਬਣ ਲੱਗ ਜਾਂਦਾ ਹੈ। ਜਿੱਥੇ ਇਹ ਪਾਲਾ ਪ੍ਰਤੱਖ ਆਪਾਂ ਮਹਿਸੂਸ ਕਰਦੇ ਹਾਂ ਸਰੀਰ ਕਰਕੇ, ਉੱਥੇ ਗੁਰਸਿੱਖੋ ਪਾਪਾਂ ਦਾ ਪਾਲਾ ਵੀ ਹੈ। ਕਹਿੰਦੇ ਬਈ ਫਲਾਣੇ ਨੇ ਖੂਨ ਕਰਤਾ, ਦੱਸਿਆ ਕਿਹਨੇ? ਕਹਿੰਦੇ ਪਾਪ ਕੰਬ ਉੱਠੇ ਉਹਦੇ ਪਾਪ ਅੰਦਰੋਂ। ਪਾਪਾਂ ਦੇ ਪਾਲੇ ਨੂੰ ਮੇਟਣ ਵਾਸਤੇ ਗੁਰਸਿੱਖੋ ਇਹ ਅੰਮ੍ਰਿਤਮਈ ਕਥਾ ਹੈ, ਪ੍ਰਕਾਸ਼ ਹੋਈ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਅਤਿਅੰਤ ਜਦੋਂ ਇਸ ਜੀਵ ਦੇ ਪੁੰਨ ਹੁੰਦੇ ਹੈ ਉਦੋਂ ਇਸ ਨੂੰ ਪ੍ਰੇਰ ਕੇ ਸੰਗਤ ਵਿੱਚ ਸਾਧ ਸੰਗਤ ਜੀ ਲਿਆਉਂਦੇ ਹੈ। ਜਦੋਂ ਇਹਦੇ ਅਤਿਅੰਤ ਕੋਈ ਪਾਪ ਸਾਹਮਣੇ ਆਉਣ, ਅਭਿਮੁਖ ਹੋਣ, ਤਾਂ ਇਹ ਫਿਰ ਪੁੱਠੇ ਪਾਸੇ ਨੂੰ ਸਾਧ ਸੰਗਤ ਜੀ ਦੌੜਦਾ ਹੈ। ਇਹਦੇ ਵਿਚਾਰੇ ਦੇ ਇਖਤਿਆਰ ਕੁਝ ਨਹੀਂ। ਵਾਹਿਗੁਰੂ ਕਰਮਾਂ ਅਨੁਸਾਰ ਫਲ ਦਿੰਦਾ ਹੈ। ਸੋ ਸਤਸੰਗੀਓ, ਜਿਸ ਪ੍ਰਕਾਰ ਆਪਾਂ ਅੰਮ੍ਰਿਤਮਈ ਬਾਣੀ ਦੀ ਕਥਾ ਵੀ ਸੁਣਦੇ ਹਾਂ ਸੁਬਾਹ ਸ਼ਾਮ, ਇਹ ਕਥਾ ਗੁਰੂ ਕੀ ਸਤ ਸੰਗਤ ਜੀ ਇਤਿਹਾਸਕ ਹੈ। ਜਿਵੇਂ ਆਪ ਰਸਾਂ ਜੋਤਾਂ 'ਚ ਵਰਤ ਕੇ ਕੌਤਕ ਕੀਤੇ, ਅਨੇਕਾਂ ਗੁਰਸਿੱਖਾਂ ਦੀ ਕਲਿਆਣ ਕੀਤੀ। ਅਨੇਕਾਂ ਸਾਡੇ ਅੰਦਰ ਸ਼ੰਕਾ ਭਰਮ ਪ੍ਰਸ਼ਨ ਪੈਦਾ ਹੁੰਦੇ ਹੈ। ਉਹ ਪਹਿਲੇ ਗੁਰਸਿੱਖਾਂ ਨੇ ਵੀ ਸਵਾਲ ਸਤਿਗੁਰਾਂ ਦੇ ਸਾਹਮਣੇ ਕੀਤੇ। ਉਹਨਾਂ ਦੇ ਜਵਾਬਾਂ ਦਾ ਵੀ ਇਹਦੇ ਵਿੱਚ ਕਥਨ ਹੈ। ਆਪਣੀ ਭ੍ਰਾਂਤੀ ਚੱਕ ਹੋ ਜਾਂਦੀ ਹੈ। ਸੋ ਆਪ ਦੇ ਹਿਰਦੇ 'ਚ ਵਿਦਿਤ ਹੋਵੇ, ਆ ਵਿਸਾਖੀ ਦਾ ਦਿਹਾੜਾ ਸਾਹਮਣੇ ਆ ਰਿਹਾ ਹੈ। ਸੰਕਰਾਂਤਾਂ ਤੋਂ ਸਾਰੇ ਸਾਲ ਦੀਆਂ ਹੀ ਵਾਰਾਂ ਹਨ। ਸਾਰੇ ਆਪਾਂ ਪੁਰਬ ਮਨਾਉਂਦੇ, ਲੇਕਿਨ ਵਿਸਾਖੀ ਦਾ ਪੁਰਬ ਵਿਸ਼ੇਸ਼ ਕਰਕੇ ਮਨਾਉਂਦੇ। ਕੀ ਢੰਡੋਰਾ ਖਾਲਸਾ ਜੀ, ਖਾਲਸੇ ਦਾ ਜਨਮ ਦਿਨ ਹੈ। ਖਾਲਸਾ ਕੌਣ ਹੈ? ਖਾਲਸਾ ਅਕਾਲ ਪੁਰਖ ਕੀ ਫੌਜ।
ਖਾਲਸਾ ਪ੍ਰਗਟਿਓ ਪ੍ਰਮਾਤਮੁਕੀ ਮੌਜ। ਪ੍ਰਗਟ ਕਿਵੇਂ ਹੋਇਆ ਇਹ? ਵਾਹਿਗੁਰੂ ਦੀ ਮੌਜ ਇੱਛਾ ਅਨੁਸਾਰ। ਇਹ ਕੋਈ ਇੱਥੇ ਬਨੌਟੀ ਭੇਖ ਨਹੀਂ ਹੈ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਇਹ 10ਵੇਂ ਪਾਤਸ਼ਾਹ ਦੇ ਬਚਨ ਹਨ। ਅਕਾਲ ਗੋ ਬਾਣੀ, ਅਕਾਲ ਪੁਰਖ ਅੰਤਰਜਾਮੀ ਵੱਲੋਂ ਆਵਾਜ਼ ਹੈ, ਹੇ ਦੁਸ਼ਟ ਦਮਨ, ਤੈਨੂੰ ਮੈਂ ਆਪਣਾ ਪੁੱਤਰ ਕਰਕੇ ਨਵਾਜਦਾ ਹਾਂ। ਔਰ ਦੁਬਾਰਾ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਮਾਲਕ ਬਣਾ ਕੇ ਤੁਹਾਨੂੰ ਸੁਪੁੱਤਰ ਕਰਕੇ ਸਾਜਦਾ ਹੋਇਆ ਦੁਬਾਰਾ ਤੁਹਾਨੂੰ ਹੁਕਮ ਕਰਨਾ, ਮਾਤ ਲੋਕ ਦੇ ਅੰਦਰ ਪੰਥ ਖਾਲਸਾ ਪ੍ਰਗਟ ਕਰੋ। ਚਿਤ ਨਾ ਪਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਖਾਲਸਾ ਜੀ ਸਾਡਾ ਆਉਣ ਨੂੰ ਜੀ ਨਹੀਂ ਸੀ ਕਰਦਾ। ਮਾਤ ਲੋਕ ਦੇ ਤਖਤੇ ਤੇ ਕੌਣ ਸੁਖੀ ਹੈ ਇੱਥੇ ਸਤ ਸੰਗਤ ਜੀ। ਫਿਰ ਗੁਰੂ ਕੇ ਕਿਹਦਾ ਜੀ ਕਰਦਾ ਤਤੀਆਂ ਤਵੀਆਂ ਤੇ ਬੈਠਣ ਨੂੰ? ਕਿਹਦਾ ਜੀ ਕਰਦਾ ਭਾਰਤ ਵਰਸ਼ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਦਿੱਲੀ ਸੀਸ ਦੇਣ ਵਾਸਤੇ ਚਲੇ ਜਾਣਾ? ਕੌਣ ਲੈਂਦਾ ਜ਼ਿੰਮੇਵਾਰੀ ਸੱਚ ਨਹੀਂ ਕਿਸੇ ਦੇ ਧਰਮ ਨੂੰ ਰੱਖਣ ਦੀ? ਔਰ ਆਪਣੇ ਸਰਬੰਸ ਨੂੰ ਕੌਣ ਵਾਰਦਾ ਹੈ ਸੰਸਾਰ ਦੇ ਅੰਦਰ? ਜਿਨ੍ਹਾਂ ਦੇ ਗ੍ਰਸਤੀਆਂ ਦੇ ਅੱਖਾਂ ਦੇਖਦੇ ਆ ਕੋਈ ਪੁੱਤਰ ਅਲੋਪ ਹੋ ਗਏ, ਉਹਨਾਂ ਨੂੰ ਪੁੱਛੋ ਪੁੱਤਰ ਦੇ ਵਿਛੋੜੇ ਦਾ ਕਿੰਨਾ ਕੁ ਦੁੱਖ ਹੈ। ਸੋ ਖਾਲਸਾ ਜੀ ਪਤਾ ਸੀ ਭਵਿੱਖ ਦੇ ਨਜ਼ਾਰਿਆਂ ਦਾ, ਮਹਾਰਾਜ ਕਹਿੰਦੇ ਆਉਣ ਨੂੰ ਸਾਡਾ ਖਾਲਸਾ ਜੀ ਨਹੀਂ ਸੀ ਕਰਦਾ। ਐਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਆਪਣੇ ਧਰਮ ਦੇ ਪਿਤਾ ਹਨ। ਵਿਸਾਖੀ ਦੇ ਪੁਰਬ ਤੇ ਆਪ ਨੇ ਪੰਥ ਖਾਲਸਾ ਸਾਜਣਾ, ਅੰਮ੍ਰਿਤ ਤਿਆਰ ਕਰਨਾ, ਜਿਹਨੂੰ ਆਪਾਂ ਕਹਿੰਦੇ ਆ ਖੰਡੇ ਦਾ ਅੰਮ੍ਰਿਤ। ਅੰਮ੍ਰਿਤ ਤੋਂ ਨਾਮ ਹੈ, ਖੰਡੇ ਦਾ ਅੰਮ੍ਰਿਤ ਨਾਂ ਕਿਉਂ ਰੱਖ ਦਿੱਤਾ ਹੈ? ਕੋਈ ਵਿਲੱਖਣਤਾ ਹੋਵੇਗੀ। ਨਾਲ ਹੀ ਅੰਮ੍ਰਿਤ ਜਿਹੜੀ ਵਸਤੂ ਹੈ, ਅੰਮ੍ਰਿਤ ਪੀਆ ਸਤਿਗੁਰ ਦੀਆ ਔਰ ਨਾ ਜਾਣਾ ਦੂਆ ਤੀਆ। ਅਸੀਂ ਦੁਐਤਵਾਦੀਆਂ ਨੂੰ ਨਹੀਂ ਜਾਣਦੇ, ਤਿਰਗੁਣੋ ਉਪਾਸਨਾ ਕਰਨ ਵਾਲਿਆਂ ਨੂੰ ਨਹੀਂ ਜਾਣਦੇ। ਸਾਨੂੰ ਗੁਰੂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਅਸੀਂ ਅਕਾਲ ਪੁਰਖ ਦੇ ਉਪਾਸਕ ਹਾਂ। ਬਿਨਾਂ ਅਕਾਲ ਦੂਜੋ ਕਵਨ ਨਹੀਂ ਖਾਲਸਾ ਕਿਸੇ ਪਾਸੇ ਨਿਚਾ ਰੱਖਦਾ। ਲੇਕਿਨ ਜਿਸ ਦੇ ਖਾਲਸਾ ਉਪਾਸਕ ਨੇ ਸਿੰਘ, ਪਰ ਉਹ ਰਹਿੰਦਾ ਕਿੱਥੇ ਹੈ ਬਈ? ਸਭ ਨਹੀਂ ਘਟੀ ਸੌ ਵਸੈ ਸੌ ਬਿਨ ਘਟ ਨਾ ਕੋਏ। ਉਹ ਸਾਰਿਆਂ ਦੇ ਵਿੱਚ ਵਿਆਪਕ ਵੀ ਹੈ। ਜਿਸ ਅਕਾਲ ਪੁਰਖ ਦੇ ਆਪਾਂ ਉਪਾਸਕ ਹਾਂ, ਉਹ ਪਾਪੀਆਂ 'ਚ ਵੀ ਹੈ, ਪੁੰਨੀਆਂ ਵਿੱਚ ਵੀ ਹੈ, ਰਾਤ ਨੂੰ ਵੀ ਹੈ, ਜਲੇ ਹੈ ਥਲੇ ਹੈ, ਕਿੱਥੇ ਨਹੀਂ ਹੈ? ਉਹ ਦੇਵੀ ਦੇਵਤਿਆਂ ਵਿੱਚ ਵੀ ਹੈ। ਇਸ ਕਰਕੇ ਖਾਲਸਾ ਜੀ ਇਹ ਦੁਐਤ ਭਾਵ ਨੂੰ ਸਦਾ ਦਿਲ ਵਿੱਚੋਂ ਕੱਢ ਕੇ ਗੁਰੂ ਘਰ ਦੇ ਅੰਦਰ ਵਿਚਾਰਸ਼ਾਲੀ ਬਿਰਤੀ ਦੁਆਰਾ ਗੁਰਬਾਣੀ ਦੇ ਨੇੜਾ ਹੋਣਾ ਚਾਹੀਏ। ਜਾ ਕੇ ਛੂਟ ਗਇਓ ਪਰਮ ਉਰਕਾ, ਤੇ ਸਾਗੇ ਹਿੰਦੂ ਕਿਆ ਤੁਰਕਾ। ਜਿਹਦੇ ਹਿਰਦੇ ਵਿੱਚੋਂ ਭਰਮ ਭ੍ਰਾਂਤੀ ਚੱਕੀ ਗਈ, ਉਹਦੇ ਮੂਹਰੇ ਹਿੰਦੂ ਤੇ ਤੁਰਕ ਦਾ ਕੋਈ ਅੰਤਰਾ ਫਰਕ ਨਹੀਂ ਹੈ। ਜੇ ਫਰਕ ਹੁੰਦਾ ਐਨ ਪ੍ਰਤੱਖ ਬੈਰੀ ਖੂਨ ਦੇ ਪਿਆਸੇ ਸਿੰਘਾਂ ਦੇ ਘਾਣ ਕਰ ਰਹੇ ਨੇ, ਲੇਕਿਨ ਭਾਈ ਕਨ੍ਹਈਆ ਜੀ ਪਾਣੀ ਤਾਂ ਭਾਈ ਉਹਨਾਂ ਨੂੰ ਵੀ ਪਿਆਈ ਜਾਂਦੇ। ਕੀ ਗਲਤੀ ਕਰਦੇ ਸੀ? ਪਤਾ ਸੀ ਬੈਰ ਵਢਾਏ ਲੁਰਾਏ ਸੁਰਾਸੁਰ ਆਪੇ ਦੇਖਤ ਬੈਠ ਤਮਾਸ਼ਾ। ਆਪ ਹੀ ਵਾਹਿਗੁਰੂ ਰਚਨਾ ਨੂੰ ਰਚਦਾ, ਰਾਖਸ਼ਾਂ ਤੇ ਦੇਵਤਿਆਂ 'ਚ ਵੈਰ ਵਧਾ ਕਰਕੇ ਉਹਨਾਂ ਨੂੰ ਲੜਾ ਕਰਕੇ ਆਪ ਮੌਜ ਨਾਲ ਤਮਾਸ਼ਾ ਦੇਖਦਾ ਹੈ। ਉਹਦੀ ਮੌਜ ਹੈ। ਸਾਰੀਆਂ ਬੀਬੀਆਂ ਹਨ, ਸਾਰੀਆਂ ਇੱਕ ਦੂਜੇ ਨੂੰ ਸਤ ਸੰਗਤ ਜੀ ਸੋਧਣ ਦੀ, ਸੁਚੱਜੀਆਂ ਬਹਾਉਣ ਦੀ ਇੱਕ ਦੂਜੇ ਨੂੰ ਸਿੱਖਿਆ ਦਿੰਦੀਆਂ ਹਨ। ਲੇਕਿਨ ਰਾਣੀ ਨੂੰ ਕਿਸੇ ਨੇ ਨਹੀਂ ਜਾ ਕੇ ਕਿਹਾ ਰਾਣੀ ਹੈ ਕੌਣ, ਅੱਗਾ ਢੱਕ, ਡਰਦੀਆਂ ਹਨ।
ਇਸੇ ਤਰ੍ਹਾਂ ਸਾਧ ਸੰਗਤ ਜੀ, ਕੌਣ ਕਹੇ ਇਹਨਾਂ ਲੋਕਾਂ ਨੂੰ ਖਾਲਸੇ ਦੀ ਸਾਧ ਸੰਗਤ ਦੀ ਅਦਵਾਇਤ ਦ੍ਰਿਸ਼ਟੀ ਹੈ। ਆਪ ਜੀ ਨੇ ਸਾਧ ਸੰਗਤ ਜੀ ਚੰਡੀ ਦਾ ਪ੍ਰਗਟ ਹੋਣਾ, ਸਾਖਿਆਤ ਕਰਨਾ, ਇਹ ਇਤਿਹਾਸ ਵਿੱਚ ਵਰਣਨ ਹੈ। ਇੰਨੇ 100 ਸਾਲ ਹੋ ਗਿਆ, ਕਿਸੇ ਸਿੰਘ ਨੂੰ ਇਹ ਸੰਕਲਪ ਨਹੀਂ ਹੋਇਆ ਵੀ ਕਿਉਂ ਇਹ ਗਲਤ ਹੈ ਜੀ, ਹੋਇਆ ਜੀ, ਉਹ ਜੀ ਹੈ। ਸਾਰੇ ਝਗੜੇ ਹਉਮੈ ਦੇ ਹਨ। ਹਉਮੈ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਾ ਦਿੰਦੀ ਹੈ। ਜਿੰਨਾ ਚਿਰ ਆਹ ਸੰਗਤ ਤੋਂ ਆਪਾਂ ਵੱਡੇ ਸਮਝ ਲਈਏ, ਬਖਤਾ ਕਹੇ ਮੈਂ ਹੀ ਉਪਦੇਸ਼ ਦੇਣ ਆਇਆ, ਆਹ ਸਾਰਿਆਂ ਨੂੰ ਆਉਂਦਾ ਹੀ ਕੱਖ ਨਹੀਂ, ਉਹਦੇ ਵਰਗਾ ਮੂਰਖ ਕੋਈ ਨਹੀਂ। ਤਿਨ ਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਓ, ਇਹ ਕੋਈ ਲੁਕੀ ਛਪੀ ਬਾਤ ਨਹੀਂ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ, ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਪੁਰਖਾ ਸ੍ਰੀ ਚੰਦ ਹੁਣੀ ਈਰਖਾ ਕਰਨਗੇ, ਤੇਰੇ ਨਾਲ ਚਲਿਆ ਜਾ ਖੰਡੂਰ ਸਾਹਿਬ ਆਸਣ ਲਾ ਲਾ ਜਾ ਕੇ, ਤੂੰ ਨਾ ਆਈ, ਤੇਰੇ ਹਿਰਦੇ 'ਚ ਅਸੀਂ ਆਵਾਂਗੇ। ਜਦੋਂ ਇਹ ਬਚਨ ਕਹੇ, ਵਿਛੋੜਾ ਨਹੀਂ ਸੀ ਚਾਹੁੰਦੇ, ਪਰ ਹੁਕਮ ਅਟਲ ਸੀ, ਅਮੋੜ ਸੀ। ਆ ਗਏ, ਆ ਕੇ ਜੀ ਨਾ ਲੱਗੇ, ਦਰ ਬੰਦ ਕਰਕੇ ਮਾਤਾ ਨੂੰ ਕਿਹਾ ਦੱਸਣਾ ਨਹੀਂ ਕਿਸੇ ਨੂੰ ਵੀ ਅਸੀਂ ਇੱਥੇ ਹਾਂ। ਅੰਦਰ ਵੜ ਕੇ ਸਮਾਧੀ 'ਚ ਬੈਠ ਗਏ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ। ਬਾਬਾ ਬੁੱਢਾ ਜੀ ਨੂੰ ਬਰਸ ਸੀ ਗੁਰੂ ਨਾਨਕ ਦੇਵ ਜੀ ਦਾ ਕਿ ਹੇ ਬੁੱਢਾ ਜੀ, ਤੇਤੋਂ ਸਾਡਾ ਸਰੂਪ ਕਦੇ ਲੁਕਿਆ ਨਹੀਂ ਰਹੇਗਾ, ਜਿੱਥੇ ਵੀ ਹੋਵਾਂਗੇ ਤੈਨੂੰ ਸਾਖਿਆਤ ਕਰ ਦੱਸਦੇ ਰਹਾਂਗੇ। ਸੰਗਤਾਂ ਪੁੱਛਦੀਆਂ ਜੀ ਨਹੀਂ ਲੱਗਦਾ, ਬਾਬਾ ਜੀ ਗੁਰੂ ਨਾਨਕ ਦੇਵ ਜੀ ਕਿੱਥੇ ਨੇ? ਬਾਬਾ ਜੀ ਵੀ ਆਪਣੀ ਸ਼ਕਤੀ ਨੂੰ ਡਕੋਵੇ, ਦੱਸੇ ਨਾ। ਕਹਿੰਦੇ ਸੰਗਤ ਜੀ ਆਪਾਂ ਅਰਦਾਸ ਕਰਦੇ ਹਾਂ, ਆਪੇ ਹੀ ਸਤਿਗੁਰੂ ਜੀ ਦੱਸਣਗੇ ਅਸੀਂ ਕਿੱਥੇ ਹਾਂ। ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਅਰਦਾਸਾ ਸੋਧਿਆ, ਆਵਾਜ਼ਾ ਕੀ ਆਇਆ, ਨਾ ਬਾਬਾ ਗੋਰ ਮੈਂ ਨਾ ਮੜੀ ਮੈਂ, ਬਾਬਾ ਗੁਰੂ ਅੰਗਦ ਕੇ ਹੀਏ ਮੈਂ। ਹੋ ਗਏ ਪ੍ਰਗਟ। ਬਾਬਾ ਜੀ ਨੂੰ ਲੈ ਕੇ ਖੰਡੂਰ ਸਾਹਿਬ ਪਹੁੰਚੇ। ਪੁੱਛਿਆ ਕਿ ਮਾਤਾ ਚੁੱਪ ਕਰ ਗਈ, ਦੱਸੇ ਹੀ ਨਾ। ਆਪ ਤੋਂ ਅੰਤਰਜਾਮੀ ਸੀ, ਜਦ ਵਰਸ ਸੀ ਬਾਬਾ ਬੁੱਢਾ ਜੀ ਨੂੰ ਪਤਾ ਸੀ ਵੀ ਇੱਥੇ ਹੀ ਨੇ ਲੁਕੇ ਹੋਏ, ਇੱਥੇ ਬੈਠੇ ਆ। ਪ੍ਰਗਟ ਕੀਤੇ, ਦਰਵਾਜ਼ਾ ਖੋਲ੍ਹਿਆ, ਨਵਾਂ ਪੁਸ਼ਾਕਾ ਪਹਿਨਾ ਕੇ ਗੁਰੂ ਅੰਗਦ ਦੇਵ ਜੀ ਬਾਹਰ ਤਖਤ ਤੇ ਸੁਭਾਏਮਾਨ ਕੀਤੇ। ਸੰਗਤਾਂ ਦੇ ਨਾਲ ਰਲ ਕੇ ਬਾਬਾ ਬੁੱਢਾ ਜੀ ਨੇ ਕੀ ਕਿਹਾ ਕਿ ਮਹਾਰਾਜ ਉਪਦੇਸ਼ ਦੇਵੋ, ਸੰਗਤਾਂ ਵਿਛੋੜਾ ਨਹੀਂ ਝੱਲ ਸਕਦੀਆਂ, ਤੁਸੀਂ ਉਹੀ ਰੂਪ ਹੋ। ਗੁਰੂ ਅੰਗਦ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ, ਕਿਸੀ ਕੋਈ ਕੋਏ ਨੰਜ ਮੰਜਨ ਵਾਣੀ ਹਿੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾ ਲਗ ਚਿਤ ਨਾ ਆਵਈ। ਭਾਵੇਂ ਉਹੀ ਸਰੂਪ ਹਨ, ਲੇਕਿਨ ਬਰਾਗ ਦੀ ਪਰਬਲਤਾ ਐਡੀ ਵੱਡੀ ਸੀ। ਇਹਨੂੰ ਕਹਿੰਦਾ ਤਰ ਤੀਬਰ ਤਮ ਬਰਾਗ, ਸਭ ਤੋਂ ਉੱਤਮ ਬਰਾਗ। ਬਹੁਤ ਤਰ੍ਹਾਂ ਦੇ ਨੇ, ਕੋਈ ਗਧਾ ਬਰਾਗ, ਕੋਈ ਸ਼ੇਰ ਬਰਾਗ, ਕੋਈ ਘੋੜਾ ਬਰਾਗ, 12 ਤਰ੍ਹਾਂ ਦਾ ਬਰਾਗ ਹੀ ਹੈ। ਸੋਰਾ ਵਿਚਾਰ ਕਹਿਣ ਲੱਗੇ ਉਪਦੇਸ਼ ਦਿਓ। ਕੀ ਕਿਹਾ ਗੁਰੂ ਅੰਗਦ ਦੇਵ ਜੀ ਨੇ? ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਓ। ਦੀਕਸ਼ ਮੰਤਰ ਆਖ ਕੇ ਜਿਨ੍ਹਾਂ ਗੁਰਸਿੱਖਾਂ ਨੂੰ ਸਮਝਾ ਦਿੱਤਾ, ਪੰਜਾਂ ਪਿਆਰਿਆਂ ਨੇ, ਗੁਰੂ ਸਾਹਿਬ ਨੇ ਆਪ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅਸੀਂ ਉਪਦੇਸ਼ ਦੇਈਏ।
ਦੇਖੋ ਉਹੀ ਗੁਰੂ ਨਾਨਕ ਰੂਪ ਨੇ, ਦੂਸਰੀ ਜੋਤ। ਪਰ ਭਾਵਨਾ ਇੰਨੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਦੇਣ ਦੀ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੇ ਉਹਨਾਂ ਨੂੰ ਉਪਦੇਸ਼ ਦੇਣ ਦੀ ਅਸੀਂ ਸ਼ਕਤੀ ਨਹੀਂ ਰੱਖਦੇ। ਇਹ ਗੁਰੂ ਅੰਗਦ ਦੇਵ ਜੀ ਦੇ ਬਚਨ ਹਾਂ ਖਾਲਸਾ ਜੀ। ਅਸੀਂ ਕਲਯੁਗੀ ਜੀਵ 4 ਅੱਖਰ ਪੜ੍ਹ ਕੇ ਕਹੀਏ ਸੰਗਤਾਂ ਨੂੰ ਉਪਦੇਸ਼ ਦਿੰਦੇ ਫਿਰਦੇ ਆ, ਇਦੋਂ ਵੱਡੀ ਮੂਰਖਤਾਈ ਕੋਈ ਨਹੀਂ ਹੈ। ਇੱਥੇ ਬੈਠ ਕੇ ਗੁਰਬਾਣੀ ਵਿਚਾਰਨੀ, ਇਤਿਹਾਸ ਦੀ ਕਥਾ, ਇਹ ਕਿਉਂ ਕਰਦੇ ਆ? ਉਪਦੇਸ਼ ਨਹੀਂ ਦਿੰਦੇ। ਇਹ ਆਪਾਂ ਗੁਰੂਆਂ ਦਾ ਉਪਦੇਸ਼ ਦਿੱਤਾ ਹੋਇਆ ਭੈਣ ਭਾਈ ਸੰਗਤ ਦੇ ਰੂਹ 'ਚ ਬੈਠ ਕੇ ਵਿਚਾਰਦੇ ਹਾਂ ਕਿ ਮਾਨਸ ਦੇਹੀ ਦੀਆਂ ਘੜੀਆਂ ਸਾਡੀਆਂ ਸਫਲ ਹੋ ਜਾਣ। ਇਹ ਪ੍ਰਯੋਜਨ ਹੈ। ਹਉਮੈ ਨੇ ਦੁਨੀਆ ਪੱਟ ਸਿੱਟੀ, ਐ ਸੰਗਤ ਜਾ ਕਰਕੇ ਸਤ ਸੰਗਤ ਜੀ, ਹੋ ਵਿੱਚ ਆਇਆ ਹੋ ਵਿੱਚ ਗਿਆ, ਹੋ ਵਿੱਚ ਜੰਮਿਆ ਹੋ ਵਿੱਚ ਮੋਆ। ਇਹ ਹਉਮੈ ਉਪਾਧੀਆਂ ਦੀ ਜੜ ਹੈ, ਇਸ ਨੂੰ ਕੱਢਣ ਵਾਸਤੇ ਆਏ ਹੋਏ। ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਰੁਲਾਏ, ਹਰਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿੱਚ ਆਏ। ਸੋ ਸਾਧ ਸੰਗਤ ਜੀ, ਇਸ ਕਰਕੇ ਗੁਰਸਿੱਖ ਦੀ ਜਿਹੜੀ ਬਿਰਤੀ ਆ ਉਹ ਦੁਐਤਵਾਦੀ ਨਹੀਂ ਹੈ, ਦੁਐਤ ਦ੍ਰਿਸ਼ਟੀ ਨਹੀਂ ਹੈ। ਇਸ ਵਿਖਿਆਨ ਨੂੰ ਵਿਚਾਰਨ ਦਾ ਕਿਉਂ ਸਾਧ ਸੰਗਤ ਜੀ ਆਪਾਂ ਨਿਸ਼ਾਨਾ ਬਣਾਇਆ ਹੈ? ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਕੇਸ਼ੋ ਦਾਸ ਪੰਡਤ ਦੇ ਨਾਲ ਵੜ ਕੇ ਆਦਿ ਸ਼ਕਤੀ ਦਾ ਵਾਹਨ ਕੀਤਾ। ਇੱਕ ਤਾਂ ਜਿਸ ਵੇਲੇ ਹੇਮਕੁੰਡ ਤੇ ਪਰਬਤ ਤੇ ਤਪੱਸਿਆ ਕੀਤੀ, ਕੀ ਕਿਹਾ? ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦੁਆਤੇ ਏਕ ਰੂਪ ਹੋਏ ਗਏ। ਜੇ ਕਹੀਏ ਵੀ ਪਹਿਲੀ ਪੰਕਤੀ ਦਾ ਕਾਲਕਾ ਆਰਾਧੀ, ਆਰਾਧੀ ਕਾਲਕਾ ਤੇ ਮਿਲ ਗਏ ਵਾਹਿਗੁਰੂ ਵਿੱਚ। ਚੇਤੇ ਕੀਤਾ ਕਿਸੇ ਹੋਰ ਨੂੰ, ਮਿਲ ਗਏ ਕਿਸੇ ਹੋਰ ਨੂੰ, ਇਹ ਤਾਂ ਕਦੇ ਗੱਲ ਨਹੀਂ ਹੋ ਸਕਦਾ। ਜਿਹਨੂੰ ਚੇਤੇ ਕਰਾਂਗੇ ਉਹਦੇ ਨਾਲ ਹੀ ਮਿਲਾਂਗੇ। ਕਾਲ ਨ ਕੋ ਕਾਲ ਮਹਾਕਾਲ ਨ ਕੋ ਕਾਲ ਹੈ। ਸ਼ਕਤਾ ਔਰ ਸ਼ਕਤੀ, ਆਪਾਂ ਭੈਣ ਭਾਈ ਬੈਠੇ ਸਾਰੇ ਸਰੀਰ ਸ਼ਕਤੀ ਤੋਂ ਬਿਨਾਂ ਹਨ। ਕੀ ਉਹ ਦੇਵੀ ਹੈ? ਸ਼ਕਤੀ ਤੋਂ ਬਿਨਾਂ ਤਾਂ ਘਰ ਦੇ ਵੀ ਨਹੀਂ ਤੁਹਾਨੂੰ ਪੁੱਛਣਗੇ। ਜਦ ਬੁੜੇ 'ਚ ਸ਼ਕਤੀ ਘਟ ਜਾਂਦੀ ਹੈ, ਨਰਾਦਰ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਬਾਲਕ ਅਵਸਥਾ ਸ਼ਕਤੀ ਘੱਟ ਹੁੰਦੀ ਹੈ, ਸਾਰੇ ਘਰ ਦੇ ਚਪੇੜਾ ਮਾਰਦੇ ਨੇ ਨਿਆਣੇ ਦੇ। ਆ ਸਿਆਣੇ ਦੇ ਇੱਕ ਦਿਨ ਮਾਰ ਕੇ ਦੇਖ ਲਓ, ਉਹਨੇ ਦਿਨ ਘਰ ਛੱਡ ਜੂ। ਨਿਆਣਾ ਰੋਜ਼ ਛੋਟੀਆਂ ਚਪੇੜਾ ਖਾਂਦਾ, ਭਾਵੇਂ ਇਸ ਦੇਸ਼ 'ਚ ਪੁੱਤ ਨਹੀਂ ਮਾਰਨ ਦਿੰਦੀ, ਪਰ ਆਪਣੇ ਦੇਸ਼ ਦੀ ਤਾਂ ਸਤ ਦੀ ਪ੍ਰਥਾ ਹੈ ਨਾ। ਆਪਾਂ ਬੱਚੇ ਨੂੰ ਜਿਹੜਾ ਆਉਂਦਾ ਧੱਫਾ ਸਿਆਣੇ ਦੇ ਮਾਰ ਕੇ ਦੇਖੋ ਵੀ ਕਿੰਨਾ ਘਰ ਰਹਿੰਦਾ ਫਿਰ ਉਹ। ਭਾਵ ਕੀ ਸਾਧ ਸੰਗਤ ਜੀ, ਸ਼ਕਤੀ ਹੈ ਜਿਹੜੀ, ਉਸ ਨੂੰ ਦੇਵੀ ਨਾ ਸਮਝ ਲਿਓ। 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਦੇ ਅੰਦਰ ਵਾਹਿਗੁਰੂ ਨੂੰ ਸ਼ਕਤੀ ਕਰਕੇ ਪੂਜਿਆ ਹੈ। ਸ਼ਕਤਾ ਤੇ ਸ਼ਕਤੀ ਦੋ ਨਹੀਂ ਹੁੰਦੇ। ਆਪਣੇ ਸਰੀਰਾਂ ਦੇ ਅੰਦਰ ਸ਼ਕਤੀ ਹੈ, ਕੀ ਸਰੀਰ ਤੋਂ ਪਰੇ ਹੈ, ਕੀ ਸਰੀਰ ਤੋਂ ਬਿਨਾਂ ਸ਼ਕਤੀ ਸਰੀਰ ਕੁਝ ਹੈ ਸ਼ਕਤੀ ਤੋਂ ਬਿਨਾਂ? ਇਹਦੀ ਕੀ ਕੀਮਤ ਹੈ ਸਤ ਸੰਗਤ ਦੀ ਸ਼ਕਤੀ ਤੋਂ ਬਿਨਾਂ? ਇਸ ਕਰਕੇ ਇਸ ਭ੍ਰਾਂਤੀ ਨੂੰ ਕੱਢ ਕੇ ਸਤ ਸੰਗਤ ਜੀ ਇਹ ਵਿਚਾਰ ਕਰਨੀ ਹੈ ਕਿ 10ਵੇਂ ਪਾਤਸ਼ਾਹ ਨੇ ਦੇਵੀ ਧਿਆਈ ਜਾਂ ਕਿ ਵਾਹਿਗੁਰੂ ਦੀ ਸ਼ਕਤੀ ਦਾ ਵਾਹਨ ਕੀਤਾ। ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗ ਦਿਖਾਇਆ। ਇਹ ਆਦਿ ਗੁਰਬਾਣੀ ਦੀ ਸਤ ਸੰਗਤ ਜੀ ਉਗਾਹੀ ਹੈ। ਹਰੀ ਆਪ ਹੀ ਮਾਤਾ ਰੂਪ ਵੀ ਹੈ, ਆਪ ਪਿਤਾ ਰੂਪ ਵੀ ਹੈ। ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ। ਵਾਹਿਗੁਰੂ ਨਾ ਇਸਤਰੀ ਦੇ ਚਿੰਨ੍ਹ ਵਾਲਾ, ਨਾ ਮਰਦ ਦੇ ਚਿੰਨ੍ਹ ਵਾਲਾ, ਨਾ ਖੁਸਰੇ ਦੇ ਚਿੰਨ੍ਹ ਵਾਲਾ। ਇਹੋ ਜਿਹੇ ਚਿੰਨ੍ਹਾਂ ਤੋਂ ਵਾਹਿਗੁਰੂ ਨਿਰਲੇਪ ਹੈ। ਇਸ ਕਰਕੇ ਖਾਲਸਾ ਜੀ, ਪ੍ਰਥਮੇ ਖੰਡਾ ਸਾਜ ਕੇ ਜਿਨ ਸਭ ਸਹਿ ਸਾਰੋ ਪਾਇਆ, ਉੱਤੇ ਖੰਡਾ ਮਾਇਆ ਦਾ ਨਾਮ ਹੈ। ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਬਿ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਇਸ ਕਰਕੇ ਹਿਰਦੇ 'ਚੋਂ ਸਦਾ ਵਾਸਤੇ ਭ੍ਰਾਂਤੀ ਕੱਢ ਦੇਣੀ ਚਾਹੀਏ ਕਿ ਅਸੀਂ 10ਵੇਂ ਪਾਤਸ਼ਾਹ ਨੇ ਚੰਡੀ ਧਿਆਈ ਹੈ ਜੀ, ਆਹ ਕੁਛ ਕੀਤਾ ਜੀ। ਚੰਡੀ ਦਾ ਪਾਸ਼ਕ ਹੈ ਖਾਲਸਾ, ਲੇਕਿਨ ਉਸਦਾ ਰੂਪ ਹੋਰ ਹੈ। ਆਪਣੇ ਘਰ ਵਿੱਚ ਵੀ ਕਈ ਤਾਂ ਆਪਾਂ ਫੋਟੋਆਂ ਦਾ ਧਿਆਨ ਨਹੀਂ ਧਾਰਦੇ, ਗੁਰੂ ਨਾਨਕ ਦੇਵ ਦੀਆਂ ਧੂਫ ਨਹੀਂ ਧਕਾਉਂਦੇ। ਕਈ ਕਹਿੰਦੇ ਖਾਲਸਾ ਫਟਾਫਟ ਕਹਿੰਦੇ ਕੰਧਾਂ ਤੋਂ ਉਤਾਰ ਦਿਓ, ਅਸੀਂ ਨਿਰਗੁਣ ਦੇ ਪਾਸ਼ਕਾਂ ਭੰਨ ਦਿਓ ਫੋਟੋਆਂ ਨੂੰ। ਜਿਹੜੇ ਸਰਗੁਣ ਦੇ ਪਾਸ਼ਕ ਨੇ ਉਹ ਆਪਣੇ ਥੋਂ ਸੱਚ ਨਹੀਂ ਸਫਲੇ ਹਨ, ਨਿਰਾਕਾਰ ਦੇ ਪਾਸ਼ਕ ਆਪਣੇ ਤੋਂ ਸਫਲੇ ਹਨ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰਨ ਸਗਲੀ ਮੋਹੀ। ਲੇਕਿਨ ਦੋਨਾਂ ਦੀ ਬਣ ਨਹੀਂ ਆਵੇਗੀ। ਸਰਗੁਣ ਦੀ ਸਤ ਸੰਗੀ ਉਪਾਸਨਾ ਵਾਲੇ ਨੂੰ ਭੋਗ ਲਗਾਉਣਾ ਵਗੈਰਾ, ਆਪਦੇ ਇਸ਼ਟ ਦਾ ਇਸ਼ਨਾਨ ਵਗੈਰਾ ਕਰਾਉਣਾ, ਉਹਦੀ ਸੇਵਾ ਕਰਨੀ, ਇਹ ਸਾਰੀ ਸਤ ਸੰਗੀ ਕਿਰਿਆ ਕਰਨੀ ਪਵੇਗੀ, ਪੂਜਾ ਵੀ ਕਰਨੀ ਪਵੇਗੀ। ਨਿਰਗੁਣ ਬਾਈ ਜਿਹਦਾ ਉਪਾਸਕ ਹੈ ਉਹ ਕਿਵੇਂ ਪੂਜਾ ਸੇਵਾ ਕਰੇਗਾ? ਉਹਦੀ ਵੀ ਯੁਕਤੀ ਹੈ। ਕੈਸੇ ਯੁਕਤੀ ਹੈ ਗੁਰਬਾਣੀ ਦੇ ਅੰਦਰ? ਫੂਲ ਭਵਰ ਜਲ ਮੀਨ ਬਗਾਰਿਓ। ਆਪਣੇ ਇਸ਼ਟ ਨੂੰ ਪਵਿੱਤਰ ਵਸਤੂ ਭੇਟਾ ਕਰੀਦੀ ਹੈ, ਝੂਠੀ ਤਾਂ ਨਹੀਂ ਕਰੀਦੀ। ਕੋਈ ਫੁੱਲ ਹੈ ਜਿਹੜਾ ਤੁਸੀਂ ਸੁੱਚਾ ਭਾਲ ਕੇ ਲਿਆਓ, ਜਿਹਦੇ ਤੇ ਭੌਰਾ ਨਹੀਂ ਬੈਠਾ, ਮੱਖੀਆਂ ਨਹੀਂ ਬੈਠੀਆਂ, ਕੀ ਕੋਈ ਤੁਹਾਨੂੰ ਰਾਇ ਦੇਵੇਗਾ ਕਿ ਆਪਣੇ ਇਸ਼ਟ ਨੂੰ ਝੂਠਾ ਵੀ ਖਵਾਈਦਾ? ਉਸ ਵੇਲੇ ਨਿਰਾਕਾਰ ਦਾ ਪਾਸ਼ਕ ਜਿਹੜਾ ਖਾਲਸਾ ਹੈ ਉਹ ਕਹੇਗਾ, ਹੇ ਵਾਹਿਗੁਰੂ ਤੂੰ ਤਾਂ ਵਿਆਪਕ ਹੈ, ਤੂੰ ਭੌਰੇ ਦੇ ਰੂਪ ਵਿੱਚ ਆਪ ਹੀ ਸੁਗੰਧੀ ਲੈ ਲਈ, ਮੇਰੇ 'ਚ ਸ਼ਕਤੀ ਨਹੀਂ ਤੈਨੂੰ ਫੁੱਲ ਭੇਟਾ ਕਰਾਂ। ਤੂੰ ਭੌਰਾ ਰੂਪ ਹੋ ਕਰਕੇ ਆਪ ਹੀ ਮਹਾਰਾਜ ਸੁਗੰਧੀ ਲੈ ਰਿਹਾ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਧਰ ਜਿੱਧਰ ਮਨ ਦੀ ਬਿਰਤੀ ਨਿਕਸਦੀ ਹੈ ਗੁਰਮੁਖ ਦੀ, ਉਧਰ ਬ੍ਰਹਮ ਨੂੰ ਹੀ ਵਿਸ਼ੇ ਕਰਦੀ ਹੈ। ਉਸ ਨੂੰ ਹੋਰ ਨਹੀਂ ਕੁਝ ਦਿਸਦਾ ਹੈ। ਭੌਰੇ ਦੇ ਅੰਦਰ ਵੀ ਪਰਮੇਸ਼ਰ ਦਿਸਦਾ ਹੈ। ਹੇ ਵਾਹਿਗੁਰੂ ਤੂੰ ਭੌਰੇ ਦੇ ਰੂਪ ਵਿੱਚ ਨਾਸਕਾ ਦੁਆਰਾ ਸੁਗੰਧੀ ਲੈ ਰਿਹਾ ਹਾਂ, ਮੇਰੇ ਅੰਦਰ ਸ਼ਕਤੀ ਨਹੀਂ ਮੈਂ ਤੈਨੂੰ ਫੁੱਲ ਅਰਪ ਸਕਾਂ। ਬੱਚੇ ਦੇ ਬਹਾਨੇ ਮਾਰਾ, ਬੱਚੇ ਦੇ ਰੂਪ 'ਚ ਦੁੱਧ ਚੁੰਘ ਗਿਆ, ਮੈਂ ਨਾਮਦੇਵ ਵਾਂਗ ਨੂੰ ਕਟੋਰਾ ਚੱਕੀ ਨਹੀਂ ਫਿਰਨਾ ਵੀ ਦੁੱਧ ਪਿਆਵਾਂ ਤੈਨੂੰ। ਸਰਗੁਣ ਦਾ ਪਾਸ਼ਕ ਜ਼ਰੂਰ ਪਿਆਵੇਗਾ। ਇਸ ਕਰਕੇ ਖਾਲਸਾ ਜੀ, ਪਰਮੇਸ਼ਰ ਜਲ ਨਾਲ ਇਸ਼ਨਾਨ ਕੀ ਕਰਾਵਾਂ, ਮੱਛੀਆਂ ਨੇ ਤਪ ਅਪਵਿੱਤਰ ਕਰ ਦਿੱਤਾ, ਤੂੰ ਮੱਛਾ ਅਵਤਾਰ ਤੂੰ ਵੀ ਧਾਰਿਆ ਹੈ, ਬ੍ਰਹਾ ਅਵਤਾਰ ਤੂੰ ਵੀ ਧਾਰਿਆ, ਤੂੰ ਤਾਂ ਆਪ ਹੀ ਇਸ਼ਨਾਨ ਕਰ ਰਿਹਾ ਮਹਾਰਾਜ। ਨਿਰਗੁਣ ਦਾ ਪਾਸ਼ਕ ਐ ਬੈਠ ਕੇ ਆਪ ਦਾ ਚਿੰਤਨ ਕਰੇਗਾ। ਇਸ ਕਰਕੇ ਗੁਰਸਿੱਖੋ, ਖਾਲਸਾ ਆ ਜਿਹੜੀ ਸ੍ਰੀ ਸਾਹਿਬ ਪਾਈ ਹੋਈ ਸ਼ਸਤਰ ਤੋਂ ਹੋਰ ਵੀ ਹੈਗੇ, ਲੇਕਿਨ ਇਸ ਨੂੰ ਪਰੇ ਨਹੀਂ ਕਰਦਾ ਹੈ। ਇਹ ਚੰਡੀ ਹੈ। ਬਹੁਤ ਸਾਰੇ ਜਗਰਾਤਰਿਆਂ ਵਾਲੇ ਭਾਰਤ ਵਰਸ਼ ਕੇ ਮੇਰੇ ਕੋਲ ਆਏ, ਅਗਰਾਈਆਂ ਜੀ, ਮੈਂ ਆਖਿਆ ਬਈ ਮੰਨਦੇ ਅਸੀਂ ਵੀ ਚੰਡੀ ਨੂੰ ਆ, ਖਾਲਸਾ ਵੀ, ਅਸੀਂ ਸ਼ਸਤਰ ਰੂਪ ਕਰਕੇ ਪੂਜਨ ਕਰਦੇ ਹਾਂ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ, ਅਸਕਰਪਾਨ ਖੰਡੋ ਖੜਕ ਤੁਕ ਤਵਰ ਤੀਰ, ਸਾਹਿਬ ਸਰੋਹੀ ਸਹਿਤੀ ਜਹੀ ਹਮਾਰੇ ਪੀਰ। ਸ਼ਸਤਰ ਸਾਡੇ ਸਤਿਸੰਗ ਜੀ ਗੁਰੂ ਹਨ। ਤਖਤਾਂ ਦੇ ਉੱਤੇ ਸਭ ਤੋਂ ਵੱਡੀ ਪਦਵੀ ਤਖਤਾਂ ਦੀ ਹੈ। ਅਕਾਲ ਤਖਤ ਤੇ ਜਾ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਥੱਲੇ ਪ੍ਰਕਾਸ਼, ਸ਼ਸਤਰ ਤੋਂ ਉੱਤੇ ਸੁਸ਼ੋਭਦੇ ਹੈ। ਹੁਣ ਤੁਸੀਂ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਵੱਡਾ ਕਿ ਸ਼ਸਤਰ ਵੱਡੇ ਨੇ ਬਈ। ਹਜੂਰ ਸਾਹਿਬ ਜਾ ਕੇ ਦਰਸ਼ਨ ਕਰੋ, ਕੇਸਗੜ੍ਹ ਤਖਤ ਤੇ ਚੱਲ ਕੇ ਦਰਸ਼ਨ ਕਰੋ। ਇਸ ਕਰਕੇ ਜਿੱਥੇ ਖਾਲਸੇ ਦੇ ਅੰਦਰ ਸ਼ਾਸਤਰ ਪੂਜਾ ਹੈ ਗੁਰੂ ਗ੍ਰੰਥ ਸਾਹਿਬ ਦੀ, ਉੱਥੇ ਸ਼ਸਤਰ ਵੀ ਹੈ। ਇੱਥੇ ਹੁੰਦੇ ਸੀ ਆਪਣੇ ਦਰਬਾਰ ਵਿੱਚ ਮੂਹਰੇ ਸਜਦੇ, ਇੱਕ ਮਸਤਾਨਾ ਦੀਵਾਨਾ ਸਿੰਘ ਸੀ, ਉਹ ਤੋਂ ਡਰ ਗਏ ਬਈ ਕਿਤੇ ਚੱਕ ਕੇ ਦਰਬਾਰ ਨਾ ਵਾਹੁਣ ਜਾ ਲੱਗ ਜੇ ਸੰਗਤਾਂ ਦੇ ਉੱਤੇ ਹੀ। ਉਦੋਂ ਦੇ ਗ੍ਰੰਥੀ ਸਿੰਘ ਪ੍ਰਕਾਸ਼ ਨਹੀਂ ਕਰਦੇ, ਹੈ ਸਹੀ ਸ਼ਾਸਤਰ ਰੱਖੇ ਹੋਏ। ਇਸ ਕਰਕੇ ਖਾਲਸਾ ਜੀ, ਆ ਜਿਹੜੀ ਸ੍ਰੀ ਸਾਹਿਬ ਹੈ ਇਹ ਚੰਡੀ ਦੀ ਨਿਸ਼ਾਨੀ ਹੈ। ਚੰਡੀ ਦੀ ਵਾਰ ਵਗੈਰਾ ਇਹ ਕਿਉਂ ਮਹਾਰਾਜ ਜੀ ਨੇ ਅੰਮ੍ਰਿਤ ਤੋਂ, ਕੀ ਗੁਰੂ ਨਾਨਕ ਦੇਵ ਜੀ ਵੇਲੇ ਅੰਮ੍ਰਿਤ ਨਹੀਂ ਸੀ?
9 ਪਾਤਸ਼ਾਹਾਂ ਦੇ ਸਿੱਖ ਮੁਕਤ ਨਹੀਂ ਹੋਏ। ਵਾਸਤਵ ਵਿੱਚ ਅੰਮ੍ਰਿਤ ਨਾਮ ਹੀ ਹੈ, ਔਰ ਨਾਮ ਦਾ ਕੋਈ ਆਦ ਹੈ? ਵਾਹਿਗੁਰੂ ਵੀ ਅਨਾਦੀ ਹੈ, ਨਾਮ ਵੀ ਅਨਾਦੀ ਹੈ। ਬਈ ਜੇ ਅੰਮ੍ਰਿਤ ਨਾਮ ਹੈ ਤਾਂ ਧਰੋਂ ਪਹਿਲਾਂ ਵੀ ਚੱਲਿਆ ਆ ਰਿਹਾ ਹੈ। ਅਗਸਤ ਮੁਨੀ ਦੇ ਆਸ਼ਰਮ ਤੇ ਰਾਮਚੰਦਰ ਜੀ ਨੇ ਸਭਾ ਸਜਾਈ, ਸਾਰੀ ਬੁਲੰਦ ਆਵਾਜ਼ ਨਾਲ ਰਿਸ਼ੀਆਂ ਮੁਨੀਆਂ ਦੀ ਸਭਾ ਨੂੰ ਕਿਹਾ, ਇਹ ਰਿਸ਼ੀਓ ਅੰਮ੍ਰਿਤ ਦੱਸੋ ਕਿੱਥੇ ਹੈ। ਆਪੋ ਆਪਣੀ ਰਾਏ ਦਿੱਤੀ। ਕਈ ਕਹਿੰਦੇ ਚੰਦਰਮਾ ਦੀਆਂ ਕਿਰਨਾਂ ਵਿੱਚ ਹੈ, ਕਈ ਕਹਿੰਦੇ ਭਗਵਾਨ ਨੇ ਸਮੁੰਦਰ ਰਿੜਕਿਆ, ਸ੍ਰੀਮਨ ਰੰਭਾ ਬਾਰਨੀ ਧਨਕ ਧਨੰਤਰਬਾਜ ਬਿਖੂ ਤੇਨ ਸਸ ਕਲਬਤਰ ਸੰਖ ਅਮੀ ਗਜਰਾਜ। ਸਮੁੰਦਰ ਚੋਂ ਅੰਮ੍ਰਿਤ ਕੱਢਿਆ, ਸਮੁੰਦਰ 'ਚ ਹੈ। ਕਈਆਂ ਨੇ ਕਿਹਾ ਸਵਰਗ ਦੇ ਵਿੱਚ ਹੈ। ਕਈ ਜਿਹੜੇ ਨੀਚ ਬਕਾਰੀ ਲੋਕ ਸੀ ਉਹ ਕਹਿੰਦੇ ਇਸਤਰੀਆਂ ਦੇ ਬੁੱਲ੍ਹਾਂ ਵਿੱਚ ਹੈ। ਇੱਥੇ ਤੱਕ ਵੀ ਬੋਲੇ। ਉਸ ਵੇਲੇ ਹਨੂਮਾਨ ਬੈਠਾ ਸੀ ਸਾਹਮਣੇ। ਰਾਮਚੰਦਰ ਜੀ ਕਹਿਣ ਲੱਗੇ, ਹੇ ਹਨੂਮਾਨ, ਤੇਰੇ ਰੋਮ ਰੋਮ ਵਿੱਚ ਨਾਮ ਵਸਿਆ ਹੋਇਆ ਹੈ। ਤੂੰ ਚਿੰਤਨ ਕਰਦਾ, ਨਾਮ ਤੋਂ ਬਿਨਾਂ ਤਾਂ ਕੁਝ ਰੱਖਿਆ ਨਹੀਂ। ਤੂੰ ਬ੍ਰਕਤ ਹੈ, ਬਰਾਗੀ ਤਿਆਗੀ ਹੈ, ਔਰ ਸੂਰਮਾ ਵੀ ਹੈ, ਔਰ ਜਤੀ ਸਤੀ ਵੀ ਹਾਂ, ਕਸ਼ਹਿਰਾ ਪਾਈ ਬੈਠਾ। ਤੂੰ ਦੱਸ ਵੀ ਅੰਮ੍ਰਿਤ ਕਿੱਥੇ ਹੈ। ਉਸ ਵੇਲੇ ਹੱਥ ਜੋੜ ਕੇ ਹਨੂਮਾਨ ਕਹਿੰਦਾ, ਹੇ ਭਗਵਾਨ, ਸੰਗਿਆ ਸੁਦਾ ਮੈਂ ਮਹਤਾ ਓ ਜਨਾ। ਜਿਹਦੀ ਸੰਗਿਆ ਅੰਮ੍ਰਿਤ ਹੈ, ਨਾਮ ਪਿਆ, ਉਹ ਮਹਾਤਮਾ ਦੀ ਸੰਗਤ ਵਿੱਚ ਹੈ। ਸੰਗਤ ਦੇ ਵਿੱਚ ਸਤ ਸੰਗਤ ਜੀ ਅੰਮ੍ਰਿਤ ਵਰਸਦਾ ਹੈ। ਸਾਰੇ ਝੂਠੇ ਕਰਕੇ ਰੱਖ ਦਿੱਤੇ। ਖਿਆਰਿਆਂ ਖਿਰਤਿਆਂ ਪਤੀ ਮਿਰਤਿਆਂ ਸਹੰਸਰੋ ਭਗਾ। ਜੇ ਸਮੁੰਦਰ 'ਚ ਅੰਮ੍ਰਿਤ ਹੁੰਦਾ, ਖਾਰਾ ਨਾ ਰਹਿੰਦਾ। ਜੇ ਚੰਦਰਮਾ ਦੀਆਂ ਕਿਰਨਾਂ 'ਚ ਅੰਮ੍ਰਿਤ ਹੁੰਦਾ ਤਾਂ ਕਲੰਕੀ ਨਾ ਰਹਿੰਦਾ। ਜੇ ਸਵਰਗ ਵਿੱਚ ਇੰਦਰ ਹੁੰਦਾ, ਕੋਹੜੀ ਨਾ ਬਣਦਾ। ਜੇ ਹੋਠਾਂ 'ਚ ਅੰਮ੍ਰਿਤ ਹੁੰਦਾ, ਪਤੀ ਅਮਰ ਹੋ ਜਾਂਦੇ, ਮਰਦੇ ਨਾ ਇਸਤਰੀਆਂ ਦੇ। ਉਹ ਅੰਮ੍ਰਿਤ ਨਹੀਂ ਹਨ। ਅੰਮ੍ਰਿਤ ਹੈ ਤਾਂ ਸੰਗਤ ਦੇ ਵਿੱਚ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਨਨ ਬੁਝੀ ਸੂਤਰ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਖਾਸ ਸੰਗਤ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਵਰਤਦਾ ਚਲਿਆ ਆ ਰਿਹਾ। ਲੇਕਿਨ ਇਸ ਨੂੰ ਵਿਸਾਖੇ ਦੇ ਪੁਰਬ ਤੇ ਜੋ ਆਪ ਨੇ ਖੰਡੇ ਦਾ ਪ੍ਰਯੋਗ ਕੀਤਾ ਹੈ, ਸ਼ਸਤਰ ਦਾ, ਇਹਨੂੰ ਆਪਾਂ ਖੰਡੇ ਦਾ ਅੰਮ੍ਰਿਤ ਕਹਿੰਦੇ ਹਾਂ। ਇਸ ਕਰਕੇ ਪ੍ਰੇਮੀਓ, ਆਪ ਜੀ ਪ੍ਰੋਧ ਦੇ ਨਾਲ ਹਿੱਤ ਰੱਖਦੇ ਹੋਏ ਸਾਵਧਾਨ ਹੋ ਕੇ ਨੈਣਾ ਦੇਵੀ ਦੇ ਟਿੱਲੇ ਤੇ ਚੜ੍ਹੇ ਹੈ। 10-11 ਮਹੀਨੇ ਆਪ ਨੇ ਬੜਾ ਭਾਰੀ ਸਤਸੰਗ ਜੀ ਤਪ ਕੀਤਾ ਹੈ। ਨਾਲ ਹੀ ਜਿਸ ਵੇਲੇ ਆਦਿ ਸ਼ਕਤੀ ਵਾਹਿਗੁਰੂ ਦੀ ਪ੍ਰਗਟ ਹੋਈ, ਜਿਸ ਨੂੰ ਚੰਡੀ ਕਰਕੇ ਕਹਿੰਦਾ ਕੋਈ, ਕੋਈ ਉਸ ਨੂੰ ਦੁਰਗਾ ਕਰਕੇ ਕਹਿੰਦਾ। ਨਾਂ ਹਰ ਇੱਕ ਨੇ ਵੱਖਰੇ ਵੱਖਰੇ ਰੱਖੇ ਹੈ, ਲੇਕਿਨ ਇਹ ਅਕਾਲ ਪੁਰਖ ਅੰਤਰਜਾਮੀ ਦੀ ਸ਼ਕਤੀ ਹੈ। ਪਹਿਲਾਂ ਦਾਸ ਬਿਆਨ ਕਰ ਚੁੱਕਿਆ ਹੈ ਕਿ ਸ਼ਕਤੀ ਸ਼ਕਤਾ ਦੋ ਨਹੀਂ ਹਨ। ਆਪਣੇ ਸਰੀਰ ਸ਼ਕਤੀ ਤੋਂ ਪਰੇ ਨਹੀਂ ਹਨ। ਕੋਈ ਮੁਨਕਰ ਨਹੀਂ ਕਿ ਮੇਰੇ ਅੰਦਰ ਸ਼ਕਤੀ ਨਹੀਂ, ਕਿਸੇ 'ਚ ਵੱਧ ਕਿਸੇ 'ਚ ਘੱਟ। ਕੀ ਉਹ ਇਸਤਰੀ ਹੈ? ਐਸੇ ਚਿੰਨ੍ਹਾਂ ਤੋਂ ਨਿਆਰਾ ਜੋ ਪਰਮੇਸ਼ਰ ਹੈ, ਉਹ ਆਪ ਹੀ ਮਾਤਾ ਰੂਪ ਹੈ, ਆਪ ਹੀ ਪਿਤਾ ਰੂਪ ਹੈ। ਸੋ ਕਲਗੀਧਰ ਪਾਤਸ਼ਾਹ ਨੇ ਬੜਾ ਭਾਰੀ ਉੱਥੇ ਤਪ ਕੀਤਾ। ਜਿਸ ਵੇਲੇ ਆਦਿ ਸ਼ਕਤੀ ਨੇ ਸਤਿਸੰਗ ਜੀ ਪ੍ਰਗਟ ਹੋਣਾ ਕੀਤਾ, ਬੜੇ ਸਤਿਸੰਗ ਜੀ ਉਸ ਵੇਲੇ ਤੂਫਾਨ ਆਏ। ਉਸ ਤੋਂ ਉਪਰੰਤ ਭਿਆਨਕ ਰੂਪ ਹੋ ਕਰਕੇ ਜਦੋਂ ਦਰਸ਼ਨ ਦਿੱਤੇ, ਮਹਾਰਾਜ ਸਾਹਿਬ ਜੀ ਸਾਵਧਾਨ ਹੋਏ। ਇੱਥੋਂ ਕਥਾ ਅੱਗੇ ਆਰੰਭ ਹੋ ਰਹੀ ਹੈ। ਜਿਸ ਪ੍ਰਕਾਰ ਆਪਨੇ ਚੰਡੀ ਨੂੰ ਪ੍ਰਗਟ ਕਰਕੇ ਔਰ ਸ਼ਸਤਰ ਦੁਆਰਾ ਸਾਰਾ ਪੰਥ ਖਾਲਸਾ ਅੰਮ੍ਰਿਤ ਤਿਆਰ ਕਰਨਾ ਹੈ, ਇਹ ਕਥਾ ਆਪਾਂ ਸਤਿਸੰਗ ਜੀ ਕੁਝ ਦਿਨ ਵਿਚਾਰਾਂਗੇ। ਆਓ ਰਲ ਕੇ ਕਲਗੀਧਰ ਪਾਤਸ਼ਾਹ ਦਾ ਧਿਆਨ ਧਾਰੀਏ। ਮਹਾਰਾਜ, ਕਲਯੁਗ ਦੇ ਸਮੇਂ ਦੇ ਅੰਦਰ ਜੇ ਤੁਸੀਂ ਐਸਾ ਪੰਥ ਖਾਲਸਾ ਪ੍ਰਗਟ ਨਾ ਕਰਦੇ, ਇਹ ਕੋਈ
ਮਹਾਰਾਜ ਸਾਹਿਬ ਜੀ ਦਾ ਕੱਲਿਆਂ ਦਾ ਸੰਕਲਪ ਨਹੀਂ, ਭਾਵੇਂ ਜੋਤ ਇੱਕੋ ਹੀ ਹੈ। ਆਪਣੀ ਸੰਗਤ ਮਸੰਦਾਂ ਨੇ ਮੁੱਠੀ ਵਿੱਚ ਲੈ ਲਈ ਸੀ। ਮਸੰਦ ਸ਼ਬਦ ਬਹੁਤ ਪਵਿੱਤਰ ਹੈ। ਮਸਨੰਦ ਨਾ ਗੱਦੀ ਦਾ ਹੁੰਦਾ ਸੰਸਕ੍ਰਿਤ ਵਿੱਚ। ਜਿਵੇਂ ਅੱਜ ਕੱਲ੍ਹ ਆਪਾਂ ਜਥੇਦਾਰ ਕਹਿੰਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਮਾਇਆ ਨਹੀਂ ਨੇੜੇ ਆਉਣ ਦਿੱਤੀ, 12 ਕੋ ਦੂਰ ਰੱਖੀ। ਗੁਰੂ ਅੰਗਦ ਦੇਵ ਜੀ ਨੇ 6 ਕੋ ਦੂਰ ਰੱਖੀ। ਰਸ ਅੰਮ੍ਰਿਤ ਖੀਰ ਘਿਆਲੀ, ਲੰਗਰ ਚੱਲਦਾ, ਰਸਦਾਇਕ ਖੀਰਾਂ ਬਣਦੀਆਂ, ਘਿਓ ਪੈਂਦੇ, ਲੇਕਿਨ ਮਾਇਆ ਨਹੀਂ ਨੇੜੇ ਆਉਣ ਦਿੱਤੀ। ਗੁਰੂ ਅਮਰਦਾਸ ਜੀ ਦੇ ਦਰਾਂ ਤੇ ਆ ਖੜੀ, ਪਰ ਨਹੀਂ ਅੰਦਰ ਇੱਕ ਪੈਸਾ ਵੀ ਬਣ ਦਿੱਤਾ। ਰਸਤਾਂ ਦੇ ਗੱਡਿਆਂ ਦੇ ਗੱਡੇ ਪ੍ਰੇਮੀਆਂ ਦੇ ਖੜੇ ਰਹਿੰਦੇ, ਨੰਬਰਵਾਰ ਰਸਤ ਲੈਂਦੇ, ਲੰਗਰ ਰੋਜ਼ ਚੱਲਦਾ। ਸ਼ਾਮ ਦੇ ਟਾਈਮ ਰਾਤਰੀ ਆਉਂਦੀ, ਜਦੋਂ ਸਾਰਾ ਬਚਿਆ ਹੋਇਆ ਅੰਨ ਨਦੀ ਵਿੱਚ ਸਤ ਸੰਗਤ ਜੀ ਪਾ ਦਿੰਦੇ, ਵਿਆਸਾਂ ਮੱਛੀਆਂ ਨੂੰ ਜਾਂ ਗਾਈਆਂ ਨੂੰ ਸਤ ਸੰਗਤ ਜੀ ਪਾ ਦਿੰਦੇ। ਸਾਰੇ ਬਰਤਨ ਸਾਫ਼। ਅਗਲੇ ਦਿਨ ਫੇਰ ਨਵੀਂ ਰਸਤ ਪ੍ਰੇਮੀਆਂ ਤੋਂ ਲੈਣੀ ਤੇ ਲੰਗਰ ਫੇਰ ਆਰੰਭ ਕਰਨਾ। ਇੰਨੇ ਨਿਰਲੇਪ ਰਹੇ। ਲੇਕਿਨ ਮਾਇਆ ਚੌਥੇ ਪਾਤਸ਼ਾਹ ਦੇ ਟਾਈਮ 4ਵੀਂ ਦਰਵਾਜ਼ੀ ਪ੍ਰਵੇਸ਼ ਹੋਈ। ਇਹ ਕਲਯੁਗ ਦੇ ਨਾਲ ਵਾਅਦਾ ਜੋ ਕੀਤਾ ਸੀ, ਜਿਸ ਵੇਲੇ ਮਹਾਰਾਜ ਦੇ ਸਾਹਮਣੇ ਆਇਆ ਕਲਯੁਗ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਬੀਤਰ ਤੇਰਾ ਚਿਤ ਨਾ ਆਵੈ ਨਾਓ। ਐਸੇ ਬਚਨ ਵਿਲਾਸ ਹੋਏ। ਕਹਿੰਦਾ ਮਹਾਰਾਜ ਮੇਰੀ ਭੇਟਾ ਲਓ, ਮੈਂ ਆਇਆ ਕਿਉਂ ਹਾਂ। ਇੱਕ ਧਰਤੀ ਤੇ 2 ਰਾਜੇ ਰਾਜ ਨਹੀਂ ਕਰਿਆ ਕਰਦੇ। ਅੱਜ ਗੁਰੂ ਨਾਨਕ ਦੇਵ ਜੀ ਤੁਹਾਡਾ ਵੀ ਰਾਜ ਹੈ, ਕਲਯੁਗ ਕਹਿੰਦਾ ਮੇਰਾ ਵੀ ਰਾਜ ਹੈ। ਮੈਂ ਲੋਕਾਂ ਨੂੰ ਦੂਸਰੇ ਪਾਸੇ ਲਾਉਣਾ, ਤੁਸੀਂ ਦੂਜੇ ਪਾਸੇ ਲਾਉਣਾ, ਕਿਵੇਂ ਨਿਭੇਗੀ। ਮੈਨੂੰ ਹੁਕਮ ਕੀ ਹੈ। ਮਹਾਰਾਜ ਕਹਿੰਦੇ ਸਾਡੀ ਸੰਗਤ ਦੇ ਨੇੜੇ ਨਾ ਜਾਈ, ਹੋਰ ਤੇਰੇ ਵਾਸਤੇ ਕੋਈ ਹੁਕਮ ਨਹੀਂ। ਕਹਿੰਦੇ ਜੀ ਤੁਸੀਂ ਆਪਣੀ ਸੰਗਤ ਵਿੱਚ ਕਿਸੇ ਨੂੰ ਰੋਕਦੇ ਵੀ ਹੋ। ਜੇ ਦਰ ਆਪ ਤੇ ਜਾਤੇ ਹੋ ਹਟ ਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਦਰ ਨੂੰ ਆਪਾਂ ਬੰਦ ਕਰ ਸਕਦੇ ਹਾਂ ਵੀ ਆਪਾਂ ਹੁਣ ਇੰਨੇ ਹੀ ਆ ਗਏ, ਹੋਰ ਨਹੀਂ ਕਿਸੇ ਨੂੰ ਮਨਵਤੀਏ ਨੂੰ ਵੰਡ ਦੇਣਾ। ਇਹ ਦਰ ਬਾਬੇ ਨਾਨਕ ਦਾ ਸਭ ਵਾਸਤੇ ਖੁੱਲ੍ਹਾ ਹੈ। ਕਲਯੁਗ ਕਹਿੰਦਾ ਮਹਾਰਾਜ ਮੈਨੂੰ ਆਗਿਆ ਨਹੀਂ। ਕਹਿੰਦੇ ਨਹੀਂ ਤੈਨੂੰ ਆਗਿਆ ਨਹੀਂ। ਕਹਿੰਦਾ ਜੀ ਮੇਰੇ ਤੇ ਤਰਸ ਕਰੋ, ਸੋਨੇ ਦੇ ਮੰਦਰ ਰਹਿ ਲਓ, ਪਦਾਰਥ ਭੇਟਾ ਬੜੀ ਕਰੂੰਗਾ। ਕਹਿੰਦੇ ਨਾ ਤੇਰੇ ਪਦਾਰਥਾਂ ਦੀ ਲੋੜ ਨਹੀਂ। ਐਸੇ ਪਦਾਰਥ ਕੀ ਕਰਨੇ ਆ ਜਿਹੜੇ ਪਰਮੇਸ਼ਰ ਨੂੰ ਭੁਲਾ ਦੇਣ। ਜਦੋਂ ਕੀਤੀਆਂ ਬੇਨਤੀਆਂ, ਆਇਆ ਵੀ ਨਗਨ ਰੂਪ ਹੋ ਕੇ ਸੀ। ਪਿਸ਼ਾਬ ਵਾਲਾ ਅੰਗ, ਇੱਕ ਜੀਵ, ਦੋਨੋਂ ਫੜੇ ਹੋਏ। ਜਿਸ ਵੇਲੇ ਮਹਾਰਾਜ ਸਰੋਤਰ ਚੱਕਿਆ, ਜਿਹੜੇ ਚਰਨਾਂ ਤੇ ਡਿੱਗ ਪਿਆ ਸੀ। ਕਹਿੰਦਾ ਮਹਾਰਾਜ ਗੁਸਤਾਖੀ ਮਾਫ ਕਰਨੀ, ਮੈਂ 2 ਇੰਦਰੀ ਤਾਂ ਪਕੜੇ ਨੇ ਕਲਯੁਗ ਦੇ ਜੀਵਾਂ ਨੂੰ, ਇਹ 2 ਇੰਦਰੀਆਂ ਦੇ ਅਧੀਨ ਰੱਖਾਂਗਾ। ਖਾਣ ਪੀਣ 'ਚ ਪਰਚੇ ਰਿਹਾ ਕਰਨਗੇ, ਬੱਕਰੀ ਵਾਂਗ ਮੂੰਹ ਹਿਲਦਾ ਹੀ ਰਹੂਗਾ ਤੇ ਵਿਸ਼ੇ ਭੋਗਣਗੇ। ਇਹ ਮੇਰੇ ਸਮੇਂ 'ਚ ਮਹਾਰਾਜ ਇਸ ਤਰ੍ਹਾਂ ਦਾ ਪ੍ਰਭਾਵ ਹੋਵੇਗਾ। ਮਹਾਰਾਜ ਕਹਿੰਦੇ ਸਾਡੀ ਸੰਗਤ ਦੇ ਨੇੜੇ ਨਾ ਜਾਈ। ਸਾਡੇ ਸੰਗਤ ਦੇ ਗੁਰੂ ਕੇ ਸਿੱਖ ਰਟਪਹਿਰਾ ਗੱਪਾਂ ਚੱਕਿਆ ਕਰਨਗੇ ਔਰ ਸੰਤੋਖੀ ਹੋਣਗੇ, ਭਜਨ ਕਰਨਗੇ। ਪਹਿਨਣਾ ਰੱਖ ਪਤ ਪਰਮੇਸ਼ਰ, ਖਾਵਣਾ ਜਿਤ ਮਨ ਆਗਾਵੈ, ਸੰਤੋਖ ਸਦਾ ਤ੍ਰਿਪਤੀ ਬਨਾ। ਇਹੋ ਜਿਹਾ ਸਾਡਾ ਉਪਦੇਸ਼ ਹੈ। ਕਹਿੰਦਾ ਜੀ ਕਿਰਪਾ ਕਰੋ, ਮੈਨੂੰ ਵੀ ਸ਼ਰਨ ਦਿਓ। ਕਹਿੰਦੇ ਚੰਗਾ, ਜਦੋਂ ਕੜਾਹ ਪ੍ਰਸ਼ਾਦ ਦਾ ਵਰਤਾਰਾ ਵਰਤੇ ਨਾ ਸੰਗਤ 'ਚ, ਉਦੋਂ ਤੂੰ ਚਰਨਾਂ 'ਚ ਸੰਗਤ ਦੇ ਆ ਕੇ ਖੜ ਸਕਦਾ, ਅੰਦਰ ਫੇਰ ਵੀ ਨਹੀਂ ਤੈਨੂੰ ਵੜਨ ਦੀ ਆਗਿਆ ਹੈ। ਜਿਹੜੇ ਤੇਰੇ ਪਦਾਰਥ ਨੇ ਇਹ ਚੌਥੇ ਸਰੂਪ ਵਿੱਚ ਪ੍ਰਵਾਨ ਕਰ ਲਵਾਂਗੇ। ਸੋ ਗੁਰੂ ਰਾਮਦਾਸ ਜੀ ਦੇ ਟਾਈਮ 4ਵੀਂ ਦਰਵਾਜ਼ੀ ਮਾਇਆ ਆਈ, ਪਰ ਜਿਉਂ ਕਮਲ ਰਹੇ ਵਿੱਚ ਪਾਣੀ ਰਹੇ। ਕੀ ਗੁਰੂ ਸਾਹਿਬ ਭਿੱਜ ਗਏ ਮਾਇਆ 'ਚ? ਨਹੀਂ, ਉਹ ਪਿਰਥੀਏ ਨੂੰ ਚਿੰਬੜੀ ਰਹੀ। ਉਸੇ ਨੇ ਸਤਸੰਗ ਜੀ ਮਾਇਆ ਗੁਰੂ ਘਰ ਦੀ ਇਕੱਠੀ ਕਰਕੇ ਸੁਲਹੀ ਸਲੱਬੀਆਂ ਨੂੰ ਚੜ੍ਹਾ ਕੇ ਲਿਆਉਂਦਾ ਰਿਹਾ ਦਿੱਲੀੋਂ ਗੁਰੂ ਅਰਜਨ ਦੇਵ ਜੀ ਦੇ ਉੱਤੇ। ਉਹ ਆਵਿਆਂ 'ਚ ਪੈ ਪੈ ਕੇ ਸੜ ਕੇ ਮਰ ਗਏ। ਲੇਕਿਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਲਿਹਾਰ ਜਾਈਏ, ਇਹੋ ਜਿਹਾ ਅੰਮ੍ਰਿਤਮਈ ਬਾਣੀ ਨਾਲ ਤਾਂ ਸੰਗ੍ਰਹਿ ਕੀਤੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾ ਤਿਆਰ ਕਰਦੇ ਮਹਾਰਾਜ, ਹਨੇਰਾ ਛਾ ਜਾਂਦਾ, ਆਪਾਂ ਖਾਲਸਾ ਜੀ ਕਿੱਥੇ ਕਿਹਦਾ ਆਸਰਾ ਲੈਂਦੇ। ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਚੱਜਾ ਢੰਗ ਦੇਖਿਆ। ਜਿੰਨੇ ਕਰਨੀ ਵਾਲੇ ਗੁਰਸਿੱਖ ਸੀ ਉਹਨਾਂ ਨੂੰ ਮਸੰਦ ਪਦਵੀ ਦਿੱਤੀ। ਆਪੋ ਆਪਣੇ ਇਲਾਕਿਆਂ 'ਚ ਭਾਈ ਸੰਗਤਾਂ ਦੀ ਜਿਹੜੀ ਧਰਮ ਦੀ ਕਿਰਤ ਹੈ ਉਹ ਇਕੱਠੀ ਕਰਕੇ ਗੁਰੂ ਘਰ ਲਿਆਇਆ ਕਰੋ।
ਲਾਈ ਕਿੱਥੇ? ਬੜੇ ਬੜੇ ਸਰੋਵਰ, ਤਰਨ ਤਾਰਨ ਸਾਹਿਬ ਦੀ ਰਚਨਾ, ਹਰਿਮੰਦਰ ਸਾਹਿਬ ਦੀ ਰਚਨਾ, ਸੰਤੋਖ ਸਰ ਸਰੋਵਰ ਦੀ ਰਚਨਾ, ਬੜੇ ਬੜੇ ਜੋਗੀਆਂ ਨੂੰ ਧਰਤੀ 'ਚੋਂ ਸੰਤੋਖੇ ਜੋਗੀ ਵਰਗਿਆਂ ਨੂੰ ਕੱਢ ਕੇ ਕੌਣ ਮੁਕਤ ਕਰੇ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ। ਬਲਿਹਾਰ ਜਾਈਏ, ਰਾਮ ਸਰ ਸਰੋਵਰ ਰਚ ਦੇਣਾ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰਚਨੀ, ਤੇ ਉਮਰ ਕਿੰਨੀ ਕੁ ਤੇ ਸਮਾਂ ਥੋੜਾ ਜਿਹਾ ਹੀ। ਕਰਤਾਰਪੁਰ ਦੁਆਬੇ ਵਾਲਾ ਨਗਰ ਵਸਾਉਣਾ, ਭਰੇ ਪਰਉਪਕਾਰ ਕੀਤੇ। ਉਹ ਮਾਇਆ ਜਿਹੜੀ ਸੀ ਸਤ ਸੰਗ ਜੀ ਮਸੰਦਾਂ ਦੁਆਰਾ ਆਈ, ਮਹਾਰਾਜ ਲੇਖੇ ਲਾਉਂਦੇ ਰਹੇ। ਛੇਵੇਂ ਪਾਤਸ਼ਾਹ ਨੇ ਸਵਾ ਲੱਖ ਦਾ ਘੋੜਾ ਖਰੀਦ ਕੇ ਉਸੇ ਗਰਾਹੀ ਦਾ ਸਤ ਸੰਗਤ ਜੀ ਭਾਈ ਵਿਧੀ ਚੰਦ ਜੈਸੇ ਪੈੜਾ ਲੰਗਾਹਾ ਜੇਠਾ ਐਸੇ ਗੁਰਸਿੱਖਾਂ ਨੂੰ ਸਤ ਸੰਗ ਜੀ ਬਖਸ਼ਿਆਂ ਸੂਰਮਤਾਈ ਦੀਆਂ ਦਿੱਤੀਆਂ। ਔਰ ਸ਼ਸਤਰ ਆਗਿਆ ਕੀਤੀ, ਭਾਈ ਆਪੋ ਆਪਣੇ ਇਲਾਕਿਆਂ 'ਚੋਂ ਸ਼ਸਤਰ ਲਿਆਇਆ ਕਰੋ। ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨੀਆਂ। ਕਿਉਂ? ਸਤ ਸੰਗਤ ਜੀ ਇਹ ਪਰਥਾ ਤੋਰੀ, ਤਤੀਆਂ ਤਵੀਆਂ ਤੇ ਬਿਠਾ ਕੇ ਵੀ ਸਤ ਸੰਗਤ ਜੀ ਇਹਨਾਂ ਨੂੰ ਤਰਸ ਨਾ ਆਇਆ। ਤੁਰਕਾਂ ਦਾ ਬੋਲਬਾਲਾ ਹੋਇਆ, ਆਪ ਸ਼ਸਤਰਧਾਰੀ ਹੋਏ। 5 ਪਿਆਲੇ 5 ਪੀਰ ਛਟਨ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੇ ਵਾਰੀ, ਦਲ ਭੁੰਜਨ ਗੁਰ ਸੂਰਮਾ ਬੜ ਜੋਧਾ ਪਰਉਪਕਾਰੀ। ਪੁੱਛਣ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ਼ਨ ਹਾਰੀ। ਅਗਮ ਕੋਜਰ ਸਤਿਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ 2 ਨੂੰ ਕਹਿੰਦੇ ਆ, ਜੁਗ ਜੁਗ 4 ਅਵਤਾਰ ਹੋਰ ਅਸੀਂ ਧਾਰਾਂਗੇ। ਉਸ ਤੋਂ ਬਾਅਦ ਖਾਲਸੇ ਨੂੰ ਸ਼ਬਦ ਦੇ ਲੜ ਲਾਵਾਂਗੇ। ਇਸ਼ਾਰਾ ਕੀਤਾ। ਐਸੇ ਸਤਿਗੁਰੂ ਜੀ ਦੇ ਸਮੇਂ ਸਤ ਸੰਗ ਜੀ ਮਾਇਆ ਉਹੀ ਸੰਗਤਾਂ ਦੀ ਲੇਖੇ ਲੱਗਦੀ ਰਹੀ। 7ਵੇਂ ਪਾਤਸ਼ਾਹ ਦੇ ਟਾਈਮ ਸਤ ਸੰਗ ਜੀ ਆਪ ਜੀ ਦਾ ਨਰਮ ਸੁਭਾਅ ਸੀ। ਸਾਰੇ ਪਸੰਦ ਵਿਗੜ ਗਏ। ਕਿਉਂ? ਪਹਿਲੇ ਸਮਾ ਗਏ, ਉਹਨਾਂ ਦੇ ਪੁੱਤ ਧੀ ਨਲਾਇਕ ਜੰਮੇ ਪੂਜਾ ਖਾਣ ਵਾਲੇ। ਕੀ ਕਹਿੰਦੇ ਸੀ? ਗੁਰੂ ਬਣਾਉਣਾ ਤਾਂ ਸਾਡੀ ਮੁੱਠੀ ਵਿੱਚ ਹੈ। ਸੰਗਤਾਂ ਨੂੰ ਲਿਆ ਕੇ ਜਿਹਦੇ ਮੂਹਰੇ ਮੱਥਾ ਟਿਕਾਵਾਂਗੇ ਉਹੀ ਗੁਰੂ ਹੋਊਗਾ। ਗੁਰੂ ਬਣਨ ਵਾਸਤੇ ਬੜੀਆਂ ਝਖਾਂ ਮਾਰੀਆਂ, ਬੜੀ ਈਰਖਾ ਕੀਤੀ, ਪਿਰਥੀਆ ਮਰ ਗਿਆ ਸਤ ਸੰਗਤ ਜੀ। ਲੇਕਿਨ ਇਹ ਧੁਰ ਦਰਗਾਹੋਂ ਜਿਹੜੀ ਦਾਤ ਹੈ, ਇਸ ਨੂੰ ਕੌਣ ਮੇਟ ਸਕਦਾ ਹੈ? ਗੁਰੂ ਹਰ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਨਿਵਾਸ, ਆਪ ਜੀ ਬਾਹਰ ਨੂੰ ਨਿਕਲੇ, ਆਪਣੀ ਮੌਜ ਨਾਲ ਘੋੜੇ ਤੇ ਸਵਾਰ ਨੇ, ਸੰਗਤਾਂ ਨਾਲ ਹਨ। ਆਪ ਦੇਖਦੇ ਹੋ, ਦਰਸ਼ਨ ਕੀਤੇ ਹੈ, ਨਾਲ ਨਾਲ ਪਹਾੜਾਂ ਦੀਆਂ ਧਾਰਾਂ ਹਨ। ਘੋੜੇ ਤੋਂ ਉਤਰ ਕੇ ਆਪ ਜੀ ਉੱਚੇ ਪਹਾੜ ਤੇ ਚੜ੍ਹ ਗਏ। ਸੰਗਤਾਂ ਥੱਲੇ ਖੜੀਆਂ ਹਨ, ਅੱਖਾਂ ਤੇ ਹੱਥ ਰੱਖ ਕੇ ਸਤਲੁਜ ਵੱਲ ਨੂੰ ਦੇਖਣ ਲੱਗ ਗਏ। ਸੁਤੇ ਸਿੱਧ ਆਪਣੀ ਮੌਜ 'ਚ ਖੜੇ ਐ। ਕਿਤਨਾ ਚਿਰ ਖੜ ਕੇ ਉਤਰਿਆ ਆਏ। ਸੰਗਤ ਕਹਿੰਦੀ, ਮਹਾਰਾਜ ਕਿਹਨੂੰ ਦੇਖਦੇ ਸੀ? ਕਹਿੰਦੇ, ਭਾਈ ਗੁਰੂ ਨਾਨਕ ਦੇਵ ਜੀ ਦਾ ਜਹਾਜ਼ ਫਟ ਗਿਆ, ਅਸੀਂ ਦੇਖਦੇ ਸੀ ਵੀ ਇਹਨੂੰ ਦੁਬਾਰਾ ਬੰਨਣ ਵਾਲਾ ਕਿੱਥੇ ਕਹਾਉਂਦਾ। ਗੁਰੂ ਹਰ ਰਾਏ ਸਾਹਿਬ ਜੀ ਦੇ 10ਵੇਂ ਪਾਤਸ਼ਾਹ ਆਪ ਜੀ ਸਕੇ ਭਰਾ ਸਨ। ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਸ ਜੀ ਸਕੇ ਭਾਈ ਸੀ। ਬਾਬਾ ਗੁਰਦਿੱਤਾ ਜੀ ਦੀ ਸੱਸ ਸੰਜੀ ਅੰਸ਼ ਤੋਂ ਗੁਰੂ ਹਰ ਰਾਏ ਸਾਹਿਬ ਜੀ ਦਾ ਅਵਤਾਰ ਹੋਇਆ ਹੈ। ਵੱਡੇ ਧੀਰਮਲ ਸੀ, ਛੋਟੇ ਗੁਰੂ ਹਰ ਰਾਏ ਸਾਹਿਬ ਜੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਸੱਸ ਸੰਜੀ ਆਪ 10ਵੇਂ ਪਾਤਸ਼ਾਹ ਪ੍ਰਗਟ ਹੋਏ, ਆਪਸ ਵਿੱਚ ਹੀ ਭਰਾ ਲੱਗਦੇ ਸਨ। ਕਿਹਨੂੰ ਦੇਖਦੇ ਸੀ? 10ਵੇਂ ਪਾਤਸ਼ਾਹ ਨੂੰ ਦੇਖਦੇ ਸੀ ਵੀ ਕਦੋਂ ਕੌਣ ਤੇ ਜਹਾਜ਼ ਨੂੰ ਸਤ ਸੰਗ ਜੀ ਦੁਬਾਰਾ ਕਾਇਮ ਕਰ ਦੇਣ। ਕਿਉਂ? ਮਸੰਦਾਂ ਨੇ ਵੰਡੀਆਂ ਪਾ ਲੀਆਂ ਸੀ। ਉਹ ਦਿਨ ਸਤ ਸੰਗ ਜੀ ਵਿਸਾਖੀ ਵਾਲੇ ਦਿਨ ਨੂੰ ਉਡੀਕਦੇ ਸੀ ਕਿ ਆਉਣਗੇ। ਵਿਸਾਖੀ ਦੇ ਪੁਰਬ ਤੇ ਪੰਥ ਖਾਲਸੇ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਦੁਬਾਰਾ ਇਹਨਾਂ ਮਸੰਦਾਂ ਨੂੰ ਫੂਕ ਫੂਕ ਕੇ ਸਤ ਸੰਗ ਜੀ ਤੇਲ ਕੱਢ ਕੱਢ ਕੇ ਸਮਾਪਤ ਕਰਨਗੇ ਔਰ ਖਾਲਸੇ ਨੂੰ ਸੁਤੰਤਰਤਾ ਹੀ ਬਖਸ਼ਣਗੇ। ਉਹ ਦਿਨ ਸਤ ਸੰਗਤ ਜੀ ਵਿਸਾਖੇ ਦਾ ਪੁਰਬ ਹੈ। ਇਸ ਪੁਰਬ ਦੇ ਉੱਤੇ ਆਪ ਨੇ ਸਤ ਸੰਗਤ ਜੀ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਵਾਸਤੇ ਜਿਸ ਪ੍ਰਕਾਰ ਵਾਹਿਗੁਰੂ ਦੀ ਆਦਿ ਸ਼ਕਤੀ ਨੂੰ ਆਰਾਧਿਆ ਔਰ ਉਸ ਨੇ ਸਾਖਿਆਤ ਹੋ ਕੇ ਦਰਸ਼ਨ ਦਿੱਤੇ। ਜਿਵੇਂ ਇਹ ਕਥਾ ਆਰੰਭ ਹੋ ਰਹੀ ਹੈ, ਥੋੜ੍ਹੀ ਜਿਹੀ ਵਿਚਾਰੀਏ ਸਤ ਸੰਗਤ ਜੀ, 5 ਮਿੰਟ ਰਹਿੰਦੇ ਆ, ਫਿਰ ਕੱਲ੍ਹ ਨੂੰ ਉਦੋਂ ਅੱਗੇ ਵਿਚਾਰਾਂਗੇ। ਹਾਂਜੀ। ਭੀਮ ਭੇਖ ਤੇ ਭੈ ਹਰਾ, ਗਿਰ ਕੇ ਸਿਰ ਪਰ ਆਏ। ਜਦੋਂ ਪਹਾੜ ਦੀ ਚੋਟੀ ਤੇ ਸਤ ਸੰਗ ਜੀ ਆਦਿ ਸ਼ਕਤੀ ਵਾਹਿਗੁਰੂ ਦੀ
ਭਿਆਨਕ ਰੂਪ ਧਾਰ ਕੇ ਦਦਾਰੇ ਦਿੱਤੇ। ਖਰੀ ਭਈ ਬਰਹੰ ਬ੍ਰਹੁ ਬਚ ਊਚੇ ਕਹਿਓ ਸੁਨਾਏ। ਖੜ ਕੇ ਕੀ ਕਿਹਾ, ਬਰੰਗ ਬਰੂ, ਹੇ ਦੁਸ਼ਟ ਦਮਨ ਦੇ ਰੂਪ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਦੱਸੋ ਕੀ ਚਾਹੁੰਦੇ ਹੋ, ਮੈਨੂੰ ਤੁਸੀਂ ਬੁਲਾਇਆ ਹੈ। ਜੈ ਜਗਦੰਬਾ ਕਹਿ ਗੁਰ ਖਰੇ। ਸਤਿਗੁਰੂ ਜੀ, ਹੇ ਸਾਰੇ ਸੰਸਾਰ ਦੀ ਮਾਤਾ ਰੂਪ ਸ਼ਕਤੀ ਵਾਹਿਗੁਰੂ ਦੀ, ਹੱਥ ਜੋੜ ਕੇ ਖੜੇ ਹੋ ਗਏ ਕਹਿ ਕੇ ਸਕਲ ਰੂਪ ਕੋ ਦੇਖਨ ਕਰੇ। ਸਾਰੇ ਸਰੂਪ ਦੇ ਦਰਸ਼ਨ ਕੀਤੇ ਦਸਵੇਂ ਪਾਤਸ਼ਾਹ ਨੇ। ਏਕ ਬਾਰ ਨਕਸ਼ਿਕ ਤੇ ਹੇਰ। ਇੱਕ ਵਾਰੀ ਦੇਖ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਦੇ ਧਿਆਨ ਵਿੱਚ ਬੈਠ ਗਏ। ਨਮੋ ਕਰਤ ਚਖ ਮੀਚੇ ਫੇਰ। ਨੇਤਰ ਮੀਚ ਲਏ, ਨਮਸਕਾਰ ਕਰ ਦਿੱਤੀ। ਹਾਥ ਜੋੜ ਸਨਮੁਖ ਹੀ ਰਹੇ। ਹੱਥ ਜੋੜ ਕੇ ਸਾਹਮਣੇ ਹੀ ਖੜੇ ਰਹੇ। ਹਿਰਦੇ ਮਨੋਰਥ ਦੇਵੀ ਲਹੇ। ਲੇਕਿਨ ਅੰਤਰਜਾਮੀ ਜੋ ਹੋਇਆ ਵਾਹਿਗੁਰੂ ਭਾਈ ਕਿਹਦੇ ਦਿਲਾਂ ਦੀ ਜਾਣਦਾ ਨਹੀਂ। ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੈ। ਵਾਹਿਗੁਰੂ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ। ਚਾਹੇ ਕੋਈ ਮੂੰਹ ਨਾਲ ਕਹਿ ਕੇ ਮੰਗ ਲਵੇ, ਚਾਹੇ ਕੋਈ ਹਿਰਦੇ 'ਚ ਧਾਰ ਲਵੇ, ਸਭ ਦੀ ਇੱਛਾ ਪੂਰੀ ਕਰਦਾ ਹੈ। ਲੇਕਿਨ ਜੋ ਮੰਗੇ ਸੋ ਭੁੱਖਾ ਰਹਿ। ਜਿਹੜਾ ਮੰਗਤਾ ਬਹੁਤਾ ਉਹ ਭੁੱਖਾ ਹੀ ਰਹੇਗਾ, ਭੁੱਖ ਨਹੀਂ ਉਤਰੇਗੀ। ਸੰਤੋਖ ਤੋਂ ਬਿਨਾਂ ਤ੍ਰਿਪਤੀ ਨਹੀਂ। ਉਸ ਵੇਲੇ ਸਤ ਸੰਗਤ ਜੀ, ਆਦਿ ਸ਼ਕਤੀ ਵਾਹਿਗੁਰੂ ਜੀ ਨੇ ਇਹਨਾਂ ਦਾ ਸੰਕਲਪ ਪਛਾਣਿਆ। ਪਲਟਿਓ ਚਤੁਰਭੁਜੀ ਪੁਨ ਰੂਪ। ਕੀ ਕੀਤਾ, ਇੱਕਦਮ ਰੂਪ ਬਦਲਿਆ। ਚਤੁਰਭੁਜ ਰੂਪ ਹੋ ਗਿਆ ਕਰਕੇ ਚੰਡੀ ਰੂਪ ਹੋ ਕੇ ਪ੍ਰਗਟ ਹੋਈ। ਕੰਚਨ ਭਰਨੀ ਭਈ ਅਨੂਪ। ਕਿੱਥੇ ਭਿਆਨਕ ਰੂਪ ਸੀ, ਕਿੱਥੇ ਸੋਨੇ ਰੰਗਾ ਰੰਗ ਹੋ ਗਿਆ। ਚੜੀ ਸਿੰਘ ਪਰ ਆਜੁਦ ਧਰੇ। ਉਸੇ ਤਰ੍ਹਾਂ ਸ਼ਸਤਰ ਧਾਰ ਲਏ ਤੇ ਸ਼ੇਰ ਤੇ ਸਵਾਰ ਹੋਈ। ਚਾਰ ਚੰਦਰ ਭਾਲਾ ਸ਼ਬ ਭਰੇ। ਬੜਾ ਸੁੰਦਰ ਸ਼ੋਭਾ ਦਾ ਭਰਿਆ ਹੋਇਆ ਚਿਹਰਾ ਹੈ, ਚੰਦਰਮਾ ਵਰਗਾ। ਮੰਗ ਪੁੱਤਰ ਦੇਵੋ ਅਬ ਤੋ ਹੀ। ਆਦਿ ਸ਼ਕਤੀ ਨੇ ਕੀ ਆਵਾਜ਼ ਦਿੱਤੀ, ਹੈ ਮੇਰੇ ਪੁੱਤਰ, ਮੰਗ ਜੋ ਤੂੰ ਕੁਝ ਚਾਹੁੰਦਾ ਹੈ। ਸੇਵਾ ਕਰ ਤੇ ਰਝਾਇਓ ਮੋਹੀ। ਮੇਰੀ ਉਪਾਸਨਾ ਕਰਕੇ ਮੈਨੂੰ ਤੂੰ ਬੁਲਾਇਆ ਹੈ, ਮੈਂ ਬਹੁਤ ਖੁਸ਼ ਹਾਂ। ਪ੍ਰਥਮ ਪ੍ਰਤਗਿਆ ਸਿਮਰੋ ਸੋਏ। ਪਹਿਲਾਂ ਵੀ ਤੁਸੀਂ ਪ੍ਰਤੱਗਿਆ ਕੀਤੀ ਸੀ ਮੈਂ ਕਿ ਜਦੋਂ ਤੂੰ ਚੇਤੇ ਕਰੋਗੇ ਮੈਂ ਆਵਾਂਗੀ। ਕਦੋਂ? ਉਹ ਸਤਯੁਗ ਦੇ ਸਮੇਂ 'ਚ ਖਾਲਸਾ ਜੀ, ਉਹ ਇਸ਼ਾਰੇ ਮਾਤਰ ਕਹਿ ਰਹੇ ਹਨ। ਸਤ ਸੰਧ ਰਾਜਾ ਹੋਇਆ ਸਤਯੁਗ ਦੇ ਅੰਦਰ, ਉਸਨੇ ਜੱਗ ਕੀਤਾ। ਜੱਗ ਦੇ ਹਵਨ ਕੁੰਡ ਵਿੱਚੋਂ ਸਤ ਸੰਗਤ ਜੀ ਬੜੀ ਲਾਟ ਦੇ ਵਿੱਚੋਂ ਇੱਕ ਸ਼ਕਤੀ ਭਗਤ ਹੋਈ, ਉਹਦਾ ਨਾਮ ਸੀ ਦੂਲੋ ਦੇਈ। ਉਸਨੇ ਉਪਾਸਨਾ ਕੀਤੀ, ਤਪ ਕੀਤਾ, ਹੈ ਵਾਹਿਗੁਰੂ ਜੇ ਮੈਂ ਬਰੂੰਗੀ ਤਾਂ ਨਿਰੰਕਾਰ ਨੂੰ ਬਰੂੰਗੀ, ਹੋਰ ਨਹੀਂ ਮੈਂ ਦੇਵੀ ਦੇਵਤੇ ਨੂੰ ਬਰਨਾ। ਆਕਾਸ਼ਬਾਣੀ ਹੋਈ, ਹੈ ਦੂਲੋ ਦੇਈ, ਬੇਲ ਸਵੇਲ ਦੋ ਰਾਖਸ਼ ਨੇ, ਉਹ ਪਰਜਾ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਮਾਰ, ਫਿਰ ਤੈਨੂੰ ਬਰਾਂਗੇ। ਬੜਾ ਜੰਗ ਕੀਤਾ ਭਿਆਨਕ, ਲੇਕਿਨ ਜਿੱਤੇ ਨਹੀਂ ਗਏ। ਉਸ ਵੇਲੇ ਦੁਸ਼ਟ ਦਮਨ ਰੂਪ ਹੋ ਕਰਕੇ ਸਤ ਸੰਗਤ ਜੀ ਆਪ ਜੀ ਨੇ ਉਹਨਾਂ ਨੂੰ ਜਿੱਤਿਆ। ਇਹ ਫੇਰ ਪ੍ਰਗਟ ਹੋ ਕੇ ਕਹਿੰਦੀ ਬਰੋ, ਕਹਿੰਦੇ ਕਲਯੁਗ ਦੇ ਅੰਦਰ ਬਰਾਂਗੇ, ਤੇਰੀ ਹੋਈ ਅੰਸ਼ ਹੋਵੇਗੀ ਦੁਬਾਰਾ ਪ੍ਰਗਟ ਹੋ ਕੇ, ਪਰ ਕੁਆਰਾ ਜੋੜਾ ਰੱਖਾਂਗੇ। ਉਹ ਮਾਤਾ ਸਾਹਿਬ ਦੇਵਾ ਹੋਈ। ਦਸਵੇਂ ਪਾਤਸ਼ਾਹ ਨੇ ਬਰਿਆ, ਲੇਕਿਨ ਕੁਆਰਾ ਡੋਲਾ ਰੱਖਿਆ। ਔਰ ਪੰਥ ਖਾਲਸਾ ਝੋਲੀ 'ਚ ਪਾਇਆ ਵਿਸਾਖੀ ਵਾਲੇ ਦਿਨ। ਇਹ ਸਾਹਿਬ ਦੇਵਾ ਦੂਸਰੀਆਂ ਜੋ ਸਾਡੇ ਮਹਿਲ ਹਨ, ਮਾਤਾ ਅਜੀਤ ਕੌਰ, ਮਾਤਾ ਸੁੰਦਰੀ ਜੀ, ਉਹਨਾਂ ਦੇ ਸਾਹਿਬਜ਼ਾਦੇ ਹਨ। ਆ ਖਾਲਸਾ ਸਾਹਿਬਜ਼ਾਦਾ ਤੇਰੀ ਗੋਦ ਵਿੱਚ ਪਾਉਂਦੇ ਹਨ। ਉਹ ਬਚਨ ਸਤ ਸੰਗ ਜੀ ਇਸਨੇ ਸਤਯੁਗ ਦੇ ਚੇਤੇ ਕੀਤੇ। ਚਾਹੋ ਸੋ ਕਹੋ ਸੰਪੂਰਨ ਹੋਏ। ਜੋ ਤੁਸੀਂ ਚਾਹੁੰਦੇ ਹੋ ਮੈਂ ਉਹ ਮੁਖੋਂ ਕਹਾਂ। ਮ੍ਰਿਦ ਬਚ ਮੋਦ ਭਰੇ ਸੁਨ ਫੇਰਾ। ਜਦੋਂ ਕੋਮਲ ਬਚਨ ਬੋਲੇ ਉਸ ਵੇਲੇ ਸਤਿਗੁਰੂ ਜੀ ਬੜੇ ਖੁਸ਼ ਹੋਏ। ਖੋਲ ਬਲੋਚਨ ਦਰਸ਼ਨ ਹੇਰਾ। ਨੇਤਰ ਖੋਲੇ ਆਪ ਜੀ ਨੇ ਤੇ ਦਰਸ਼ਨ ਕਰਕੇ। ਦੇਹੋ ਵਰ ਮਾਤਾ ਪੰਥ ਬਤਾਵੋ। ਹੇ ਮਾਤਾ ਅਸੀਂ ਪੰਥ ਖਾਲਸਾ ਪ੍ਰਗਟ ਕਰਨਾ ਚਾਹੁੰਦੇ ਹਾਂ। ਤੂੰ ਕੋਈ ਜੜੀ ਦੇਵਤੀ ਨਹੀਂ ਹੈ। ਆ ਸੀਤਲਾ ਮਾਈ ਵਰਗਿਆਂ ਜਿਵੇਂ ਕੋਈ ਮਾਤਾ ਰਾਣੀ ਲਈ ਬੈਠਾ, ਕੋਈ ਲਈ ਬੈਠਾ, ਐਸੀ ਨਾ ਸਮਝ ਲੈਣਾ ਇਸ ਸ਼ਕਤੀ ਨੂੰ। ਸਤ ਸੰਗਤ ਜੀ ਮੈਨੂੰ ਵਰ ਦੇਵੋ ਕਿ ਅਸੀਂ ਪੰਥ ਖਾਲਸਾ ਪ੍ਰਗਟ ਕਰੀਏ। ਤੁਰਕ ਰਾਜ ਕੋ ਤੇਜ ਖਪਾਵੋ। ਕੀ ਚਾਹੁੰਦੇ ਆ ਅਸੀਂ? ਤੁਰਕਾਂ ਦਾ ਰਾਜ ਹੈ। ਇਹਨਾਂ ਨੂੰ ਰਾਜ ਦਿੱਤਾ ਕਿਹਨੇ? ਇਹਨਾਂ ਆਪ ਹੀ ਦਿੱਤਾ ਹੈ ਗੁਰੂ ਨਾਨਕ ਰੂਪ ਕਰਕੇ। ਬਾਬੇ ਕੇ ਬਾਬਰ ਕੇ ਦਊ, ਆਪ ਕਰੇ ਪਰਮੇਸ਼ਰ ਸੋਊ। ਜੋ ਬਾਬੇ ਕੇ ਦਾਨ ਨਾ ਦਾ ਹੈ
ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਇਹ ਵੀ 10ਵੇਂ ਪਾਤਸ਼ਾਹ ਦੇ ਬਚਨ ਹਨ। ਸੋ ਬਾਬਰ ਨੇ ਗੁਰੂ ਨਾਨਕ ਦੇਵ ਦੀ ਸ਼ਰਨ ਲਈ 7 ਮੁੱਠੀਆਂ ਭੰਗ ਦੀਆਂ ਭੇਟਾਂ ਕੀਤੀਆਂ। ਮਹਾਰਾਜ ਕਹਿੰਦੇ ਉਹ ਬਾਬਰ, ਅਸੀਂ ਇਹ ਭੰਗ ਪੀ ਕੇ ਸਮਾਧੀ ਲਾਉਣ ਵਾਲੇ ਨਹੀਂ ਹਨ, ਅਸੀਂ ਕੋਈ ਜੋਗੀ ਗੋਰਖਨਾਥ ਵਰਗੇ ਨਹੀਂ ਹਾਂ, ਪਰ ਤੇਰੀ ਭਾਵਨਾ ਨੂੰ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ, ਇਸ ਕਰਕੇ ਤੂੰ 7 ਮੁੱਠੀਆਂ ਭੇਟਾਂ ਕੀਤੀਆਂ, ਅਸੀਂ ਤੈਨੂੰ 7 ਪੀੜ੍ਹੀਆਂ ਪਾਤਸ਼ਾਹੀ ਦਿੱਤੀ। ਜੇ ਜ਼ੁਲਮ ਕਰੋਗੇ ਤਾਂ ਸੀਸ ਦੇ ਕੇ ਅਸੀਂ ਵਾਪਸ ਲੈ ਲਵਾਂਗੇ। ਸੋ ਸਿਰ ਦਿੱਤੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦੇ। ਸੋ ਸਾਧ ਸੰਗਤ ਜੀ, ਐਡੀਆਂ ਵੱਡੀਆਂ ਕੁਰਬਾਨੀਆਂ ਮਾਤਾ ਗੁਜਰੀ ਜੀ, 7 ਸਾਧ ਸੰਗਤ ਜੀ ਕੁਰਬਾਨੀਆਂ ਦੇ ਕੇ ਗੁਰੂ ਘਰੋਂ ਹੋਰ ਬੇਅੰਤ ਸਾਧ ਸੰਗਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਐਵੇਂ ਨਹੀਂ ਤੁਰਕਾਂ ਦਾ ਰਾਜ ਗਰਕ ਕਰਕੇ ਰੱਖ ਦਿੱਤਾ। ਸੋ ਸਾਧ ਸੰਗਤ ਜੀ, ਇਸ ਕਰਕੇ ਗੋਬਿੰਦ ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ। ਜਿਸ ਵੇਲੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਚੋਂ ਨਿਕਲੇ, ਜਹਾਂਗੀਰ ਦੇ ਨਾਲ ਸ਼ਿਕਾਰ ਖੇਲਿਆ, ਉਸ ਇਲਾਕੇ ਸ਼ੇਰ ਦਾ ਸ਼ਿਕਾਰ ਕੀਤਾ। ਉੱਥੇ ਘਾਹੀ ਸਿੱਖ ਸੀ ਇੱਕ, ਉਹਨੇ ਸੋਚਿਆ ਗੱਡੀਆਂ ਰੇਲਾਂ ਤਾਂ ਉਦੋਂ ਹੈ ਨਹੀਂ ਸੀ, ਕਿੱਥੇ ਜਾਊਂ ਅੰਮ੍ਰਿਤਸਰ ਦਰਸ਼ਨ ਕਰਨ, ਹੁਣ ਤਾਈਂ ਦਰਸ਼ਨ ਨਹੀਂ ਕੀਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਚੋਂ ਆਏ ਆ, ਇੱਥੇ ਹੀ ਦਰਸ਼ਨ ਕਰ ਲਵਾਂ। ਘਾਹ ਖੋਦ ਕੇ ਵੇਚਿਆ, 5 ਪੈਸੇ ਵੱਟੇ। 5 ਪੈਸੇ ਲੈ ਕੇ ਸਤ ਸੰਗਤ ਜੀ, ਪਤਾ ਲੱਗਿਆ ਕਿ ਬਾਹਰ ਹੀ ਉਤਰੇ, ਦੁਪਹਿਰਾ ਆ ਗਿਆ। ਬਾਦਸ਼ਾਹ ਦੇ ਵੀ ਤੰਬੂ ਲੱਗੇ ਆ, ਜਹਾਂਗੀਰ ਦੇ 6ਵੇਂ ਪਾਤਸ਼ਾਹ ਵੀ ਤੰਬੂ 'ਚ ਉਤਰੇ ਹੋਏ। ਮੈਂ ਕਹਿੰਦੇ ਪਾਤਸ਼ਾਹ ਜੀ ਨੂੰ ਮਿਲਣਾ, ਸੱਚੇ ਪਾਤਸ਼ਾਹ ਜੀ ਨੂੰ ਮਿਲਣਾ। ਸਰਕਾਰੂ ਬੰਦੇ ਪਹਿਰੇ ਤੇ ਸੀ। ਇਸ਼ਾਰਾ ਕਰਤਾ ਜਹਾਂਗੀਰ ਵੱਲ, ਚਲਿਆ ਗਿਆ, ਜਾ ਕੇ ਮੱਥਾ ਟੇਕਿਆ, 5 ਪੈਸੇ ਰੱਖਤੇ। ਜਹਾਂਗੀਰ ਕਹਿੰਦਾ ਕੀ ਚਾਹੁੰਦਾ? ਕਹਿੰਦੇ ਮੁਕਤੀ ਚਾਹੁੰਦਾ, ਹੋਰ ਕੀ ਚਾਹੁੰਦਾ? ਕਹਿੰਦਾ ਮੁਕਤੀ ਦੇਣ ਵਾਲੇ ਤਾਂ ਉਹ ਤੰਬੂ 'ਚ ਨੇ, ਮੇਰੇ ਕੋਲ ਤਾਂ ਪਦਾਰਥ ਲੈਣਾ ਲੈ ਲਾ। ਕਹਿੰਦਾ ਨਾ, ਪਦਾਰਥ ਦੀ ਲੋੜ ਨਹੀਂ, ਨਾਲੇ ਗਰੀਬ ਹੈ ਪਰ ਸੰਤੋਖੀ ਹੈ। 5 ਪੈਸੇ ਜਦੇ ਹੀ ਚੱਕ ਲਏ ਉੱਥੋਂ, ਚੱਕ ਕੇ 6ਵੇਂ ਪਾਤਸ਼ਾਹ ਦੀ ਸ਼ਰਨ ਲਈ ਔਰ ਮਹਾਰਾਜ ਕੋਲੇ ਜਾਚਨਾ ਕੀਤੀ। ਮਹਾਰਾਜ ਕਹਿੰਦੇ ਸਿੱਕਾ ਨਿਹਾਲ ਹੋ ਗਿਆ। ਜਦੋਂ ਸ਼ਾਮ ਨੂੰ ਮਿਲੇ, ਜਹਾਂਗੀਰ ਕਹਿੰਦਾ ਜੀ ਤੁਹਾਡਾ ਸਿੱਖ ਆਇਆ ਸੀ, ਕੀ ਦਿੱਤਾ ਤੇ ਤੁਸੀਂ ਕੀ ਦਿੱਤਾ? ਮਹਾਰਾਜ ਕਹਿੰਦੇ ਅਸੀਂ ਉਹਦਾ ਜੰਮਣ ਮਰਨ ਮੇਟ ਦਿੱਤਾ। ਕਹਿੰਦੇ ਹੈਂ? ਕਹਿੰਦੇ ਕੀ ਲਿਆ? ਮੇਰੇ ਕੋਲ ਤਾਂ 5 ਪੈਸੇ ਲੈ ਗਿਆ ਚੱਕ ਕੇ, ਉਹੀ ਭੇਟਾ ਕੀਤੇ, ਕੋਈ ਜ਼ਿਆਦਾ ਦਿੱਤੇ ਅਸੀਂ ਤੁਹਾਨੂੰ? ਕਹਿੰਦੇ 5 ਪੈਸੇ ਹੀ ਦਿੱਤੇ ਸੀ। ਕਹਿੰਦੇ 5 ਪੈਸੇ ਮੁਕਤੀ ਦੇ ਦਿੰਦੇ ਹੋ? ਕਹਿੰਦੇ ਜਹਾਂਗੀਰ 5 ਪੈਸੇ ਮੁਕਤੀ ਨਹੀਂ ਮਿਲਦੀ, ਤੇਰੇ ਖਜ਼ਾਨੇ ਸਾਰੇ ਭਰਪੂਰ, ਤੂੰ ਕੀ ਨਹੀਂ ਸੀ ਦਿੰਦਾ ਉਸਨੂੰ? ਉਹਨੇ ਠੁਕਰਾ ਦਿੱਤੇ ਵੀ ਮੈਂ ਤੇਰੇ ਕੋਲੋਂ ਕੁਝ ਨਹੀਂ ਲੈਣਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਦਾ ਪ੍ਰੇਮ ਦੇਖ। ਅਸੀਂ ਉਹਦੀ ਮਾਇਆ ਨਹੀਂ ਦੇਖੀ, ਉਹਦਾ ਅਸੀਂ ਪ੍ਰੇਮ ਦੇਖਿਆ ਹੈ। ਸੋ ਸਾਧ ਸੰਗਤ ਜੀ, ਇਸ ਕਰਕੇ ਗੁਰੂ ਆ ਜਿਹੜਾ, ਉਹ ਕਿਸੇ ਦੀ ਸਤਸੰਗ ਦੀ ਮਾਇਆ ਬਹੁਤੀ ਘੱਟ ਨਹੀਂ ਦੇਖਦਾ ਹੈ, ਗੁਰਸਿੱਖਾਂ ਦਾ ਪ੍ਰੇਮ ਦੇਖਦਾ ਹੈ। ਤੁਰਕ ਰਾਜ ਕੋ ਤੇਜ ਖਪਾਵੋ। ਸੋ ਭਾਵੇਂ 7 ਮੁੱਠੀਆਂ ਭੰਗ ਦੀਆਂ ਦਿੱਤੀਆਂ, ਇਹਦਾ ਪ੍ਰੇਮ ਦੇਖਿਆ ਮਹਾਰਾਜ ਜੀ ਨੇ। ਪਰ ਉਹ ਜਿਹੜਾ ਸਤਸੰਗ ਜੀ ਵਰ ਦਿੱਤਾ ਹੋਇਆ ਸੀ, ਅੱਜ ਕਹਿਣ ਲੱਗੇ ਇਹ ਆਦਿ ਸ਼ਕਤੀ ਅਸੀਂ ਅੰਮ੍ਰਿਤ ਤਿਆਰ ਕਰਕੇ ਉਹਨਾਂ ਤੁਰਕ ਰਾਜ ਦੀਆਂ ਜੜ੍ਹਾਂ ਪੱਟਣੀਆਂ ਹਨ। ਸੋ ਆਪ ਜੀ ਨੇ ਕੀ ਕਿਹਾ ਆਪਣੀ ਬਾਣੀ ਵਿੱਚ ਵੀ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ। ਕੋਈ ਲਕੋਚ ਪੋ ਕੇ ਨਹੀਂ ਬਾਤ ਰੱਖੀ। तो साध संगत जी ऐसे सतगुरु कलगीधर पातशाह तो बलिहार जाइए। समा उत्ते जा रहा है, भुल्लां चुक्कां माफ़ करनियां। कल नूं सत्संग जी अगे आपां कथा विचारांगे, इत्थे ही विश्राम दिंदे। वाहिगुरू जी का खालसा, वाहिगुरू जी की परम सत्कारयोग गुरु प्यारी साध संगत जीओ, वाहिगुरू जी का खालसा।